ਹਾਲੇਲੂਇਆ। ਜੈ ਮਸੀਹ ਜੀ। ਸਾਰੇ ਭੈਣ ਭਰਾਵਾਂ ਨੂੰ ਇੱਕ ਵਾਰੀ ਫੇਰ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਮੌਕਾ ਦਿੱਤਾ ਕਿ ਫੇਰ ਅਸੀਂ ਉਹਦੀ ਹਜ਼ੂਰੀ ਦੇ ਵਿੱਚ ਮਿਲ ਕੇ ਆ ਸਕੀਏ। ਆਮੇਨ। ਹਾਲੇਲੂਇਆ। ਇਸ ਦੇ ਨਾਲ ਇੱਕ ਛੋਟੀ ਜਿਹੀ ਦੁਆ ਦੇ ਨਾਲ ਅੱਜ ਦੀ ਮੀਟਿੰਗ ਨੂੰ ਸ਼ੁਰੂ ਕਰਦੇ ਹਾਂ। ਆਮੇਨ। ਹਾਲੇਲੂਇਆ। ਤੇਰਾ ਹੀ ਧੰਨਵਾਦ ਇੱਕ ਵਾਰੀ ਫੇਰ ਪਿਤਾ ਪਰਮੇਸ਼ਵਰ, ਤੇਰੀ ਹਜ਼ੂਰੀ ਦਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ। ਇਸ ਮੌਕੇ ਦਾ ਇੱਕ ਵਾਰੀ ਫੇਰ ਤੇਰਾ ਹੀ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ ਕਿ ਅੱਜ ਫੇਰ ਤੇਰੀ ਹਜ਼ੂਰੀ ਦੇ ਵਿੱਚ ਅਸੀਂ ਸਾਰੇ ਇਕੱਠੇ ਮਿਲ ਕੇ ਆ ਸਕੇ ਪਿਤਾ ਪਰਮੇਸ਼ਵਰ। ਇੱਕ ਵਾਰੀ ਫੇਰ ਪਿਤਾ ਪਰਮੇਸ਼ਵਰ ਅਸੀਂ ਸਾਰੀ ਮਹਿਮਾ ਸਾਰੀ ਗਲੋਰੀ ਤੈਨੂੰ ਹੀ ਦਿੰਨੇ ਆ ਪਿਤਾ ਪਰਮੇਸ਼ਵਰ, ਕਿਉਂਕਿ ਸਿਰਫ ਤੂੰ ਹੀ ਇਸ ਦੇ ਯੋਗ ਆ ਪਰਮੇਸ਼ਵਰ। ਸਾਡੇ ਦਿਲਾਂ ਨੂੰ ਖੋਲ, ਸਾਡੇ ਕੰਨਾਂ ਨੂੰ ਖੋਲ ਪਿਤਾ ਪਰਮੇਸ਼ਵਰ ਕਿ ਅੱਜ ਦਾ ਵਚਨ ਪੂਰੀ ਤਰ੍ਹਾਂ ਦੇ ਨਾਲ ਸਾਡੇ ਦਿਲਾਂ ਦੇ ਵਿੱਚ ਉਤਰ ਸਕੇ ਪਿਤਾ ਪਰਮੇਸ਼ਵਰ। ਤੇਰਾ ਹੀ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ। ਸਾਰੀ ਮਹਿਮਾ ਗਲੋਰੀ ਤੈਨੂੰ ਦਿੰਦੇ ਹੋਏ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਦੁਆ ਕਰਦੇ ਹਾਂ। ਆਮੀਨ 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 ਆਮੀਨ। ਹਾਲੇਲੂਇਆ। ਇੱਕ ਵਾਰੀ ਫੇਰ ਸਾਰੇ ਭੈਣ ਭਰਾਵਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ, ਉਹਨਾਂ ਦਾ ਵੈਲਕਮ ਕਰਨਾ ਚਾਹੁੰਦੇ ਆ ਜਿਹੜੇ ਦੇਖ ਰਹੇ ਨੇ ਸੁਣ ਰਹੇ ਨੇ ਅੱਜ ਦਾ ਵਚਨ। ਤੇ ਆਪਾਂ ਧੰਨਵਾਦ ਕਰਦੇ ਹਾਂ ਪਰਮੇਸ਼ਵਰ ਦਾ ਇੱਕ ਵਾਰੀ ਫੇਰ ਕਿ ਉਸਨੇ ਆਪਾਂ ਨੂੰ ਮੌਕਾ ਦਿੱਤਾ ਅੱਜ ਦਾ ਵਚਨ ਸਾਂਝਾ ਕਰਨ ਦਾ। ਆਮੇਨ। ਹਾਲੇਲੂਇਆ। ਅੱਜ ਦਾ ਜਿਹੜਾ ਵਚਨ ਹੈਗਾ ਆ ਉਹ ਜਿੱਦਾਂ ਆਪਾਂ ਹਮੇਸ਼ਾ ਮੈਨੂੰ ਬਹੁਤ ਚੰਗਾ ਲੱਗਦਾ ਜਦੋਂ ਆਪਾਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਕੁਝ ਲੈ ਕੇ ਆਉਂਦੇ ਆ, ਹੈ ਨਾ। ਸੋ ਅੱਜ ਫੇਰ ਪਰਮੇਸ਼ਵਰ ਦੇ ਵਚਨ ਦੇ ਵਿੱਚ ਹੀ ਆਪਾਂ ਜਾਵਾਂਗੇ, ਪਰ ਉਸ ਤੋਂ ਪਹਿਲਾਂ ਮੈਂ ਥੋੜੀ ਜੀ ਭੂਮਿਕਾ ਬੰਨਣਾ ਚਾਹੁੰਦੀ ਆ ਕਿ ਆਪਣਾ ਅੱਜ ਦਾ ਵਚਨ ਦੇ ਵਿੱਚ ਕਿੱਥੇ ਆਪਾਂ ਜਾਣਾ, ਅੱਜ ਦਾ ਕੀ ਟੌਪਿਕ ਹੈ ਆਪਣਾ, ਹੈ ਨਾ। ਆਪਣਾ ਟੌਪਿਕ ਜਿਹੜਾ ਹੈਗਾ ਉਹ ਹੈਗਾ ਇਨਸਾਈਡ ਆਊਟ। ਇਨਸਾਈਡ ਆਊਟ, ਅੰਦਰੋਂ ਲੈ ਕੇ ਬਾਹਰ ਤੱਕ, ਹੈ ਨਾ। ਸੋ ਆਪਾਂ ਨੂੰ ਪਤਾ ਆ ਇਹਨਾਂ ਦਿਨਾਂ ਦੇ ਵਿੱਚ ਬਹੁਤ ਭੈਣ ਭਰਾ ਜਿਹੜੇ ਹੈਗੇ ਨੇ ਜਾਂ ਲੋਕ ਜਿਹੜੇ ਹੈਗੇ ਨੇ ਉਹ ਬਹੁਤ ਪ੍ਰੋਬਲਮਸ ਸਰਕਮਸਟੈਂਸਿਸ ਦੇ ਵਿੱਚ ਫਸੇ ਹੋਏ ਨੇ, ਨਿਕਲ ਰਹੇ ਨੇ, ਜਾ ਰਹੇ ਨੇ, ਬਹੁਤ ਕੁਝ ਦੇ ਵਿੱਚੋਂ ਦੀ ਨਿਕਲ ਰਹੇ ਹੈਗੇ ਨੇ, ਭਾਵੇਂ ਉਹ ਬੋਡੀ ਦੀ ਇਸ਼ੂਜ਼ ਹੋਵੇ, ਸੋਲ ਦੀ ਹੋਵੇ ਜਾਂ ਸਪਿਰਿਟ ਦੀ ਹੋਵੇ, ਹੈ ਨਾ। ਪਰ ਜਿਹੜਾ ਪਰਮੇਸ਼ਵਰ ਦਾ ਵਚਨ ਆ ਉਹ ਸਭ ਕੁਝ ਨੂੰ ਕਵਰ ਕਰਦਾ ਆ। ਜਦੋਂ ਵੀ ਆਪਾਂ ਡਾਊਨ ਫੀਲ ਕਰਦੇ ਆ, ਜਦੋਂ ਵੀ ਆਪਾਂ ਨੂੰ ਲੱਗਦਾ ਆ ਵੀ ਅਸੀਂ ਪਤਾ ਨਹੀਂ ਕਿੱਦਾਂ ਦੀ ਦਲਦਲ ਦੇ ਵਿੱਚ ਫਸ ਗਏ ਆ, ਇਹ ਲੱਗਦਾ ਵੀ ਹੁਣ ਆਪਾਂ ਕਦੇ ਨਿਕਲ ਵੀ ਨਹੀਂ ਸਕਦੇ, ਉਦੋਂ ਭੈਣ ਭਰਾਵੋ ਇਹ ਬਹੁਤ ਜ਼ਰੂਰੀ ਆ ਕਿ ਆਪਾਂ ਪਰਮੇਸ਼ਵਰ ਦਾ ਵਚਨ ਫੜੀਏ, ਪਰਮੇਸ਼ਵਰ ਦਾ ਵਚਨ ਪੜ੍ਹੀਏ। ਆਪਾਂ ਨੂੰ ਉਹ ਤਸੱਲੀ, ਉਹ ਤਾਕਤ ਉਹ ਬਾਹਰਲੇ ਲੋਕ ਨਹੀਂ ਦੇ ਸਕਦੇ, ਭਾਵੇਂ ਉਹ ਵੀ ਬਹੁਤ ਜ਼ਰੂਰੀ ਆ ਕਿ ਆਪਾਂ ਇੱਕ ਦੂਜੇ ਨੂੰ ਇਨਕਰੇਜ ਕਰੀਏ, ਇਹ ਬਹੁਤ ਜ਼ਰੂਰੀ ਆ। ਪਰ ਜੋ ਤਾਕਤ ਆਪਾਂ ਨੂੰ ਪਰਮੇਸ਼ਵਰ ਦੇ ਵਚਨ ਥਾਈ ਦੀ ਮਿਲਣੀ ਆ ਉਹ ਆਪਾਂ ਨੂੰ ਕਿਤੇ ਹੋਰ ਨਹੀਂ ਮਿਲ ਸਕਦੀ। ਆਪਾਂ ਨੂੰ ਜੋ ਤਾਕਤ ਪਰਮੇਸ਼ਵਰ ਦੇ ਰੂਹ ਥਾਈ ਦੀ ਮਿਲਣੀ ਆ, ਉਹਦੀ ਹਜ਼ੂਰੀ ਥਾਈ ਦੀ ਮਿਲਣੀ ਆ, ਉਹਦੇ ਵਿੱਚ ਬੈਠ ਕੇ ਜੋ ਆਪਾਂ ਨੂੰ ਮਿਲਣੀ ਆ ਤਾਕਤ, ਉਹ ਆਪਾਂ ਨੂੰ ਹੋਰ ਕਿਤੋਂ ਨਹੀਂ ਮਿਲ ਸਕਦੀ। ਹਾਂ, ਬਹੁਤ ਵਾਰੀ ਆਪਾਂ ਇੱਕ ਦੂਜੇ ਨੂੰ ਇਨਕਰੇਜ ਕਰਦੇ ਹੈਗੇ ਆ, ਪਰ ਜੋ ਪਰਮੇਸ਼ਵਰ ਦਾ ਵਚਨ ਆ, ਜਿਉਂਦਾ ਜਾਗਦਾ ਵਚਨ ਆ, ਤੇ ਪਰਮੇਸ਼ਵਰ ਦਾ ਰੂਹ ਆਪਣੇ ਦਿਲ ਦੀ ਇੱਕ ਇੱਕ ਚੀਜ਼ ਤੋਂ ਵਾਕਿਫ ਆ। ਸ਼ਾਇਦ ਕਈ ਵਾਰੀ ਆਪਾਂ ਆਪਣੇ ਆਪ ਨੂੰ ਨਹੀਂ ਇੰਨਾ ਜਾਣਦੇ ਜਿੰਨਾ ਪਰਮੇਸ਼ਵਰ ਆਪਾਂ ਨੂੰ ਜਾਣਦਾ ਆ, ਹੈ ਨਾ। ਉਹਨੇ ਤਾਂ ਆਪਣੀ ਮਾਂ ਦੀ ਕੁੱਖ, ਸਾਡੀ ਮਾਂ ਦੀ ਕੁੱਖ ਚੋਂ ਸਾਨੂੰ ਬਣਾਇਆ ਆ, ਬੁਣਿਆ ਆ, ਹੈ ਨਾ। ਉਹ ਇੱਕ ਇੱਕ ਚੀਜ਼ ਆਪਣੀ ਜਾਣਦਾ ਆ। ਤੇ ਕਿਉਂ ਨਾ ਜਦੋਂ ਆਪਣੇ ਦਿਲ 'ਚ ਕੁਛ ਹੁੰਦਾ ਆਪਾਂ ਪਰਮੇਸ਼ਵਰ ਕੋਲੇ ਜਾਈਏ ਤੇ ਉਹਦੇ ਕੋਲੇ ਬੈਠ ਕੇ ਉਹਦੇ ਨਾਲ ਗੱਲਬਾਤ ਕਰੀਏ, ਰੋਈਏ, ਹੱਸੀਏ ਉਹਦੀ ਹਜ਼ੂਰੀ ਦੇ ਵਿੱਚ। ਜਿੱਦਾਂ ਦੂਜੇ ਲੋਕ ਹਾਂ ਕਈ ਵਾਰੀ ਆ ਕੇ ਆਪਣੀ ਮਦਦ ਕਰ ਸਕਦੇ ਨੇ, ਕਈ ਵਾਰੀ ਕੋਸ਼ਿਸ਼ ਕਰ ਸਕਦੇ ਨੇ। ਜਿੱਦਾਂ ਜੋਬ ਜਦੋਂ ਇੰਨੀ ਮੁਸੀਬਤ 'ਚ ਸੀਗਾ, ਇੰਨਾ ਕੁਛ ਉਹਦੀ ਜ਼ਿੰਦਗੀ ਦੇ ਵਿੱਚ ਹੋ ਰਿਹਾ ਸੀ, ਉਹਦਾ ਸਾਰਾ ਕੁਛ ਹੀ ਜਿੱਦਾਂ ਕਹਿ ਲਓ ਖਤਮ ਹੋ ਗਿਆ ਸੀ। ਉਹਦੇ ਦੋਸਤ ਆਏ ਉਹਦੀ ਮਦਦ ਕਰਨ ਦੇ ਲਈ, ਉਹਦੇ ਦੋਸਤ ਮਦਦ ਕਰਨ ਤਾਂ ਆਏ, ਪਰ ਉਹ ਕਹਿੰਦੇ ਨੇ ਵੀ ਸ਼ਾਇਦ ਤੂੰ ਪਰਮੇਸ਼ਵਰ ਦੇ ਖਿਲਾਫ ਕੁਝ ਬੋਲਿਆ ਹੋਣਾ, ਕਰਿਆ ਹੋਣਾ, ਵੀ ਤੇਰੇ ਤੇ ਜਿਹੜੀ ਐਡੀ ਵੱਡੀ ਮੁਸੀਬਤ ਆਈ ਆ। ਜੋਬ ਕਹਿੰਦਾ ਆ ਵੀ ਤੁਸੀਂ ਮੈਨੂੰ ਇੱਥੇ ਇਨਕਰੇਜ ਕਰਨ ਆਏ ਹੋ ਕਿ ਮੈਨੂੰ ਡਿਸਕਰੇਜ ਕਰਨ ਆਏ ਹੋ, ਹੈ ਨਾ। ਕਈ ਵਾਰੀ ਨਹੀਂ ਸਮਝ ਆਉਂਦੀ ਵੀ ਲੋ, ਪਰ ਜਿਹੜਾ ਪਰਮੇਸ਼ਵਰ ਆ, ਪਰਮੇਸ਼ਵਰ ਦੀ ਹਜ਼ੂਰੀ, ਉਹਦਾ ਵਚਨ ਆ ਜਿਹੜਾ, ਉਹ ਆਪਾਂ ਨੂੰ ਇਹੋ ਜਿਹੀ ਤਾਕਤ ਦਿੰਦਾ ਆ, ਬੋਲਡਨੈਸ ਦਿੰਦਾ ਆ ਕਿ ਆਪਾਂ ਡਿੱਗੇ ਹੋਏ ਵੀ ਹੋਈਏ, ਭਾਵੇਂ ਆਪਾਂ ਖੜੇ ਹੋ ਜਾਂਦੇ ਆ ਦੁਬਾਰਾ, ਹੈ ਨਾ। ਤੇ ਇਹ ਜਿਹੜਾ ਅੱਜ ਦਾ ਵਚਨ ਆ ਇਹ ਲਗਭਗ ਇਸ ਦੇ ਉੱਤੇ ਹੀ ਹੈਗਾ ਆ ਕਿ ਕਿੱਦਾਂ ਆਪਾਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖੜੇ ਹੋ ਜਾਂਦੇ। ਜਿੱਦਾਂ ਆਪਾਂ ਇੱਕ ਗੀਤ ਗਾਉਂਦੇ ਹੁੰਦੇ ਆ, ਪੱਲਾ ਤੇਰਾ ਫੜਿਆ ਤੇ ਪਾਰ ਲੱਗ ਜਾਣਾ ਆ। ਆਮੇਨ। ਤੇ ਆਪਾਂ ਪਰਮੇਸ਼ਵਰ ਦਾ ਪੱਲਾ ਫੜ ਲਈਏ, ਇੱਕ ਵਾਰੀ ਦੱਬ ਕੇ ਫੜ ਲਈਏ ਤੇ ਆਪਾਂ ਪਾਰ ਲੱਗ ਜਾਣਾ ਆ। ਭਾਵੇਂ ਕਈ ਵਾਰੀ ਆਪਾਂ ਨੂੰ ਲੱਗੇ ਵੀ ਛੁੱਟ ਗਿਆ, ਨਹੀਂ ਹੋ ਰਿਹਾ, ਮੇਰੇ ਤੋਂ ਨਹੀਂ ਹੋ ਰਿਹਾ, ਪਰ ਪਰਮੇਸ਼ਵਰ ਆਪਾਂ ਨੂੰ ਕਦੇ ਨਹੀਂ ਛੱਡਦਾ। ਭਾਵੇਂ ਆਪਾਂ ਨੂੰ ਲੱਗੇ ਕਿ ਆਪਾਂ ਪਰਮੇਸ਼ਵਰ ਤੋਂ ਦੂਰ ਜਾ ਰਹੇ ਆ, ਪਰ ਪਰਮੇਸ਼ਵਰ ਸਾਡੇ ਤੋਂ ਦੂਰ ਕਦੇ ਨਹੀਂ ਜਾਂਦਾ। ਤੁਸੀਂ ਭਾਵੇਂ ਜਿੰਨੇ ਮਰਜ਼ੀ ਪਿੱਛੇ ਹੋਵੋ, ਜਿੰਨੇ ਮਰਜ਼ੀ ਭਾਵੇਂ ਮੁੜ ਗਏ ਹੋ, ਡਿੱਗ ਪਏ ਹੋ,
ਇੱਕ ਕਦਮ ਦੂਰੋਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਫੇਰ ਭਰਪੂਰੀ ਦੇ ਵਿੱਚ ਪਹੁੰਚ। ਸਿਰਫ ਇੱਕ ਵਾਰੀ ਪਰਮੇਸ਼ਵਰ ਮੈਨੂੰ ਮਾਫ ਕਰ, ਜੋ ਕੁਝ ਹੋਇਆ, ਜੋ ਵੀ ਕੁਝ ਹੋਇਆ ਮੇਰੀ ਜ਼ਿੰਦਗੀ 'ਚ ਮਾਫ ਕਰ। ਇੱਕ ਮਾਫੀ ਦੇ ਨਾਲ ਤੁਸੀਂ ਫੇਰ ਉੱਥੇ ਹੀ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਪਹੁੰਚ ਜਾਂਦੇ ਹੋ ਤੇ ਪਰਮੇਸ਼ਵਰ ਸਾਰਾ ਕੁਝ ਜੋ ਪੁਰਾਣਾ ਆ ਉਹ ਭੁੱਲ ਜਾਂਦਾ ਆ, ਉਹਨੂੰ ਖਤਮ ਕਰ ਦਿੰਦਾ ਤੇ ਆਪਾਂ ਨਵੇਂ ਹੋ ਜਾਂਦੇ ਆ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ। ਤੇ ਪਰਮੇਸ਼ਵਰ ਦਾ ਬਚਨ ਆਪਾਂ ਨੂੰ ਦੱਸਦਾ ਆ ਸਾਮ 27:10 ਦੇ ਵਿੱਚ 27:10 ਦੇ ਵਿੱਚ ਕਿ even if my father and my mother abandon me, the Lord will hold me close, ਹੈ ਨਾ। ਜਦੋਂ ਭਾਵੇਂ ਆਪਣੇ ਮਾਂ-ਬਾਪ ਆਪਾਂ ਨੂੰ ਛੱਡ ਜਾਣ, ਪਰ ਪਰਮੇਸ਼ਵਰ ਕਹਿੰਦਾ ਆ ਮੈਂ ਤੁਹਾਨੂੰ ਕਦੇ ਵੀ ਨਹੀਂ ਛੱਡਾਂਗਾ। ਹਾਲੇਲੂਇਆ। ਕਿਉਂਕਿ ਆਪਾਂ ਜਦੋਂ ਪਰਮੇਸ਼ਵਰ ਦੇ ਰਾਹ ਦੇ ਵਿੱਚ ਆਪਾਂ ਪੈ ਜਾਂਦੇ ਹਾਂ, ਰਾਹ ਦੇ ਵਿੱਚ ਕੀ ਪੈ ਜਾਂਦੇ ਹਾਂ ਜਦੋਂ ਆਪਾਂ ਪਰਮੇਸ਼ਵਰ ਦੇ ਵਿੱਚ ਹੁੰਦੇ ਆ, ਕਿਉਂਕਿ ਪਰਮੇਸ਼ਵਰ ਯਿਸੂ ਮਸੀਹ ਜੀ ਨੇ ਰਾਹ, ਸੱਚ ਤੇ ਜ਼ਿੰਦਗੀ ਤਾਂ ਉਹੀ ਨੇ ਜੋ ਵੀ ਕੁਝ ਆਪਾਂ ਨੂੰ ਦਿੰਦੇ ਨੇ, ਉਹਨਾਂ ਦੇ ਪਿੱਛੇ ਹੀ ਆਪਾਂ ਉਹਨਾਂ ਦੇ ਰਾਹ 'ਚ ਜਦੋਂ ਚੱਲਦੇ ਆ ਤੇ ਉਹ ਆਪਾਂ ਨੂੰ ਬਰਕਤ ਦਿੰਦੇ ਨੇ। ਕਈ ਵਾਰੀ ਆਪਾਂ ਨੂੰ ਲੱਗਦਾ ਆ ਕਿ ਇੰਨਾ ਕੁਝ ਹੋ ਗਿਆ ਸਾਡੀ ਜ਼ਿੰਦਗੀ 'ਚ, ਪਤਾ ਨਹੀਂ ਆਪਾਂ ਉੱਭਰ ਪਾਵਾਂਗੇ ਕਿ ਨਹੀਂ, ਪਰ ਜੇ ਆਪਾਂ ਪੂਰੇ ਦਿਲੋਂ ਪਰਮੇਸ਼ਵਰ ਤੋਂ ਮੰਗਾਂਗੇ ਕਿ ਪਰਮੇਸ਼ਵਰ ਮਦਦ ਕਰ ਤੇ ਉਹ ਆਪਣੀ ਮਦਦ ਕਰਨ ਲਈ ਜ਼ਰੂਰ ਆਏਗਾ। ਸਭ ਕੁਝ ਹੋ ਜਾਵੇ, ਇਹ ਇੰਨਾ ਜ਼ਰੂਰੀ ਆ ਕਿ ਆਪਾਂ ਹੰਬਲ ਰਹੀਏ। ਇਹ ਬਹੁਤ ਜ਼ਰੂਰੀ ਆ, ਹੈ ਨਾ। ਪਰਮੇਸ਼ਵਰ ਦੇ ਵਚਨ ਦੇ ਵਿੱਚ ਥਾਂ ਤੇ ਲਿਖਿਆ ਆ ਕਿ ਪਰਮੇਸ਼ਵਰ ਹੰਬਲ ਨੂੰ ਬਰਕਤ ਦਿੰਦਾ ਆ, ਜੋ ਨਰਮ ਨੀਵੇਂ ਹੋ ਕੇ ਤੁਰਦੇ ਨੇ, ਜਿਨ੍ਹਾਂ ਦੀ ਆਪਣੀ ਮੈਂ ਨਹੀਂ ਬਾਰੀ ਉੱਠਦੀ, ਪਰਮੇਸ਼ਵਰ ਉਹਨਾਂ ਨੂੰ ਬਰਕਤ ਦਿੰਦਾ ਆ। ਕਿੰਨੀਆਂ ਥਾਵਾਂ ਤੇ ਪਰਮੇਸ਼ਵਰ ਦਾ ਵਚਨ ਆਪਾਂ ਨੂੰ ਇਹ ਦੱਸਦਾ ਆ। ਭਾਵੇਂ ਸਾਡੇ ਕੋਲੇ ਸਭ ਕੁਝ ਆ ਜਾਵੇ, ਹਾਂ ਬੁਰੇ ਦਿਨਾਂ 'ਚ ਆਪਾਂ ਪਰਮੇਸ਼ਵਰ ਨੂੰ ਯਾਦ ਕਰਦੇ ਆ, ਹੰਬਲ ਵੀ ਹੋ ਜਾਂਦੇ ਆ, ਪਰ ਕਈ ਵਾਰੀ ਜਦੋਂ ਚੰਗੇ ਦਿਨ ਹੁੰਦੇ ਨੇ ਉਦੋਂ ਆਪਾਂ ਨੂੰ ਗਰੂਰ ਹੋ ਜਾਂਦਾ ਆ। ਭਾਵੇਂ ਪੈਸੇ ਦਾ ਗਰੂਰ ਹੋਵੇ, ਕੰਮ ਦਾ ਹੋਵੇ, ਸਟੇਟਸ ਦਾ ਹੋਵੇ, ਖੂਬਸੂਰਤੀ ਦਾ ਹੋਵੇ, ਜਾਂ ਵੀ ਮਤਲਬ ਵੀ ਮੇਰੇ ਕੋਲੇ ਜਾਂ ਸਭ ਕੁਝ ਹੈ ਨਾ, ਉਹ ਜਿਹੜਾ ਗਰੂਰ ਆ ਉਹ ਤੋਂ ਆਪਾਂ ਬਚ ਕੇ ਰਹੀਏ। ਉਹ ਜਿਹੜਾ ਈਗੋ ਆ ਜਿਹੜੀ, ਉਹ ਤੋਂ ਆਪਾਂ ਬਚ ਕੇ ਰਹੀਏ, ਕਿਉਂਕਿ ਪਰਮੇਸ਼ਵਰ ਹੰਬਲ ਜਿਹੜਾ ਬੰਦਾ ਹੁੰਦਾ ਆ ਉਹਦੀ ਹਮੇਸ਼ਾ ਦੁਆਵਾਂ ਸੁਣਦਾ ਆ ਤੇ ਉਹਨਾਂ ਨੂੰ ਬਰਕਤ ਦਿੰਦਾ ਆ। ਆਮੇਨ, ਹਾਲੇਲੂਇਆ। ਗਲਾਤੀਆਂ ਦਾ 6ਵੇਂ ਦਾ 7ਵਾਂ ਜਿਹੜਾ ਹੈਗਾ ਆ ਉਹਦੇ ਵਿੱਚ ਲਿਖਿਆ ਹੈਗਾ ਆ, do not be deceived, God cannot be mocked, a man reaps what he sows, है ना। कहता आ अपने आप को मत छलो, परमेश्वर को कोई बुद्धू नहीं बना सकता, क्योंकि जो जैसा बोएगा वैसा ही काटेगा। हाँ, ਆਪਾਂ ਇੱਕ ਪਾਸੇ ਕਹਿ ਸਕਦੇ ਹਾਂ ਵੀ ਬਹੁਤ ਹੰਬਲ ਆ ਅਸੀਂ ਤਾਂ ਕੁਛ ਨਹੀਂ, ਪਰ ਪਰਮੇਸ਼ਵਰ ਨੂੰ ਕੌਣ ਬੁੱਧੂ ਬਣਾ ਸਕਦਾ। ਪਰਮੇਸ਼ਵਰ ਤਾਂ ਆਪਣੇ ਦਿਲ ਦੇ ਅੰਦਰਲੀਆਂ ਡੂੰਘੀਆਂ ਚੀਜ਼ਾਂ ਨੂੰ ਵੀ ਜਾਣਦਾ। ਸ਼ਾਇਦ ਆਪਾਂ ਆਪਣੇ ਆਪ ਨੂੰ ਨਹੀਂ ਇੰਨਾ ਜਾਣਦੇ ਜਿੰਨਾ ਪਰਮੇਸ਼ਵਰ ਆਪਾਂ ਨੂੰ ਜਾਣਦਾ। ਆਪਣੀ ਇੱਕ ਸੋਚ ਪਰਮੇਸ਼ਵਰ ਜਾਣਦਾ। ਆਪਾਂ ਇਹ ਨਹੀਂ ਕੁਛ ਸੋਚਦੇ ਕੁਛ ਹੋਰ ਆ, ਕਰਦੇ ਕੁਛ ਹੋਰ ਆ। ਜੋ ਕਰਦੇ ਆ ਡਜ਼ਨਟ ਮੈਟਰ, ਹਾਂ ਉਹ ਲੋਕਾਂ ਨੂੰ ਦਿਸਦਾ ਆ ਜੋ ਕਰਦੇ ਆ, ਪਰ ਜੋ ਸੋਚਦੇ ਵੀ ਆ ਉਹ ਪਰਮੇਸ਼ਵਰ ਨੂੰ ਦਿਸਦਾ ਆ, ਹੈ ਨਾ। ਤਾਂ ਕਰਕੇ ਇਹ ਜ਼ਰੂਰੀ ਆ ਕਿ ਆਪਾਂ ਹੰਬਲ ਰਹੀਏ, ਹੰਬਲ ਹੋ ਕੇ ਪਰਮੇਸ਼ਵਰ ਦੇ ਕੰਮਾਂ ਦੇ ਵਿੱਚ ਅੱਗੇ ਲੱਗੀਏ। ਆਮੇਨ, ਹਾਲੇਲੂਇਆ। ਤੁਹਾਨੂੰ ਨਮਾਨ ਸੀਗਾ, ਤੁਹਾਨੂੰ ਉਹਦੀ ਕਹਾਣੀ ਯਾਦ ਹੋਣੀ ਆ। ਨਮਾਨ ਜਿਹੜਾ ਸੀਗਾ ਉਹ ਆਰਾਮ ਦੀ ਸੈਨਾ ਦਾ ਸੈਨਾਪਤੀ ਸੀਗਾ। ਉਹਦੇ ਸਰੀਰ ਨੂੰ ਕੋੜ ਦੀ ਬਿਮਾਰੀ ਹੋਈ ਸੀਗੀ, ਹੈ ਨਾ। ਉਹ ਮਤਲਬ ਵੀ ਉਹ ਸੋਚਦਾ ਸੀਗਾ ਕਿ ਹੁਣ ਬਸ ਉਹਨੇ ਉਸ ਬਿਮਾਰੀ ਕਰਕੇ ਉਹਨੇ ਮਰ ਜਾਣਾ ਆ, ਵੀ ਕੁਛ ਵੀ ਮਤਲਬ ਵੀ ਬਚਿਆ ਨਹੀਂਗਾ। ਪਰ ਪਰਮੇਸ਼ਵਰ ਦੀ ਕੁਛ ਹੋਰ ਹੀ ਪਲਾਨ ਸੀਗੀ ਉਹਦੀ ਜ਼ਿੰਦਗੀ ਦੇ ਵਿੱਚ, ਹੈ ਨਾ। ਇਹ ਆਪਾਂ ਅੱਜ ਪੜ੍ਹਦੇ ਆ ਇਸ ਵਚਨ ਨੂੰ, ਇਹ ਆਪਾਂ ਨੂੰ ਮਿਲੇਗਾ। ਸਾਰੇ ਆਪਣੇ ਬਾਈਬਲਸ ਪੰਜਾਬੀ, ਹਿੰਦੀ ਜੋ ਵੀ ਤੁਹਾਨੂੰ ਠੀਕ ਲੱਗਦਾ ਹੈ ਉਹਦੇ 'ਚ ਖੋਲਦੇ ਆ। 2 ਕਿੰਗਸ, ਦੂਜਾ ਰਾਜਾ, ਉਹਦੀ 5ਵੀਂ ਦੀ ਪਹਿਲੀਆਂ 3 ਆਇਤਾਂ ਆਪਾਂ ਪੜਾਂਗੇ ਪਹਿਲਾਂ ਸਟਾਰਟ ਹੋਣ ਦੇ ਲਈ। ਸੋ ਆਪਾਂ ਦੇਖਦੇ ਹਾਂ ਡੀਟੇਲ ਦੇ ਵਿੱਚ ਅੱਜ ਇਸ ਵਚਨ ਨੂੰ ਵੀ ਕਿੱਦਾਂ ਉਹਦੀ ਜ਼ਿੰਦਗੀ ਕਿੱਥੋਂ ਦੀ ਹੋ ਕੇ ਗੁਜ਼ਰੀ। ਉਹ ਜਿਹੜਾ ਇੱਕ ਵਾਕਿਆ ਹੈਗਾ ਆ ਉਹ ਕਿੱਥੋਂ ਦੀ ਹੋ ਕੇ ਉਹ ਗੁਜ਼ਰਿਆ, ਹੈ ਨਾ। ਸੋ ਆਪਾਂ ਪੜ੍ਹਦੇ ਹੈਗੇ ਆ 2 ਕਿੰਗਸ 5ਵੇਂ ਦਾ ਪਹਿਲੇ 3 वर्सेस। नमान अराम के राजा की सेना का सेनापति था। नमान अपने राजा के लिए अत्यधिक महत्वपूर्ण था। नमान इसलिए अत्यधिक महत्वपूर्ण था क्योंकि यहोवा ने उसका उपयोग अराम को विजय दिलाने के लिए किया था। नमान एक महान और शक्तिशाली व्यक्ति था, किंतु वह कोढ़ से पीड़ित था। बहुत ही तकड़ा बंदा सी, ताकतवर सीगा, सब कुछ सीगा, सेनापति सीगा राजे दा, पर ਉਹਦੇ ਸਰੀਰ ਨੂੰ ਕੋੜ ਹੋਇਆ ਸੀਗਾ ਤੇ ਉਹ ਬਿਮਾਰੀ ਜਿਹੜੀ ਕੋੜ ਦੀ ਹੈਗੀ ਆ ਉਹਦੇ ਸਰੀਰ ਨੂੰ ਹੋਈ ਸੀਗੀ।
आगे बढ़ते हैं। अरामी सेना ने कई सेना की टुकड़ियों को इजराइल में लड़ने भेजा। सैनिकों ने बहुत से लोगों को अपना दास बना लिया। एक बार उन्होंने एक छोटी लड़की को इजराइल देश से लिया। वह छोटी लड़की नामान की पत्नी की सेविका हो गई। ਉਹ ਇੱਕ ਕੁੜੀ ਉਹਨਾਂ ਨੇ ਜਿਹੜੇ ਇਜ਼ਰਾਈਲ ਦੇ ਵਿੱਚ ਜਦੋਂ ਲੜਾਈ ਲਈ ਗਏ ਸੀਗੇ, ਜੋ ਉੱਥੋਂ ਲੋਕ ਜਿਹੜੇ ਜਿੱਦਾਂ ਕਹਿ ਲੋ ਕੈਪਚਰ ਜਾਂ ਕਰਕੇ ਲੈ ਕੇ ਆਏ, ਤੇ ਉੱਥੋਂ ਇੱਕ ਕੁੜੀ ਨੂੰ ਲੈ ਕੇ ਆਏ ਸੀ, ਛੋਟੀ ਨੂੰ, ਬੱਚੀ ਨੂੰ, ਤੇ ਉਹ ਕੁੜੀ ਸੀਗੀ ਜਿਹੜੀ ਉਹ ਜਿਹੜਾ ਨਮਾਨ ਸੀਗਾ ਉਹਦੀ ਘਰ ਵਾਲੀ ਦੀ ਸੇਵਾ ਕਰਦੀ ਸੀਗੀ, ਉੱਥੇ ਜਿੱਦਾਂ ਕਹਿ ਦੋ ਵੀ ਕੰਮ ਕਰਦੀ ਸੀਗੀ, ਹੈਨਾ। ਤੀਜੇ ਦੇ ਵਿੱਚ ਲਿਖਿਆ, इस लड़की ने नमान की पत्नी से कहा, मैं चाहती हूं कि मेरे स्वामी नमान उस नबी अलीशा से मिले जो शोमरोन में रहता है। वह नबी नमान के कोड़ को ठीक कर सकता है। ਉਹ ਜਿਹੜੀ ਕੁੜੀ ਸੀਗੀ ਉਹ ਕਹਿੰਦੀ ਹੈ ਮੈਂ ਚਾਹੁੰਦੀ ਆ ਵੀ ਜਿਹੜਾ ਮੇਰਾ ਮਾਸਟਰ ਆ, ਜਿਹੜਾ ਨਮਾਨ ਆ, ਇਹਦਾ ਜਿਹੜਾ ਆਹ ਕੋੜ ਜਿਹੜਾ ਇਹਦੇ ਸਰੀਰ ਨੂੰ ਹੋਇਆ ਵਾ, ਵੀ ਉਹ ਇਜ਼ਰਾਈਲ ਜਾ ਕੇ ਉਸ ਨਬੀ ਨੂੰ ਮਿਲੇ ਤੇ ਉਹ ਜਿਹੜਾ ਨਬੀ ਆ ਉਹ ਇਹਦੇ ਕੋੜ ਨੂੰ ਠੀਕ ਕਰ ਸਕਦਾ ਆ, है ना। वाओ, ਜਦੋਂ ਉਹਦੀ ਵਾਈਫ ਨੇ, ਨਮਾਨ ਦੀ ਵਾਈਫ ਨੇ ਨਮਾਨ ਨੂੰ ਦੱਸਿਆ ਵੀ ਇਹ ਕੁੜੀ ਜਿਹੜੀ ਹੈਗੀ ਆ ਇਹ ਦੱਸ ਰਹੀ ਹੈਗੀ ਆ ਵੀ ਇਦਾਂ ਕਰਕੇ ਤੂੰ ਉੱਥੇ ਜਾਏਗਾ ਤੇ ਤੇਰਾ ਕੋਡ ਠੀਕ ਹੋ ਸਕਦਾ ਆ, ਤੇ ਉਹਨੂੰ ਤਾਂ ਵਾਓ ਦੈਟ ਇਜ਼ ਅਮੇਜ਼ਿੰਗ। ਕੁਇਕ ਰਿਕਵਰੀ, ਮੇਰਾ ਤਾਂ ਮਤਲਬ ਵੀ ਜਿੱਦਾਂ ਕਹਿ ਲਓ ਵੀ ਕੁਇਕ ਮੈਜੀਕਲ ਹੀਲਿੰਗ, ਹੈ ਨਾ, ਵੀ ਉੱਥੇ ਜਾਊਂਗਾ ਫਟਾਫਟ ਮੇਰੀ ਤਾਂ ਆਹ ਜਿਹੜਾ ਕੋਡ ਹੈਗਾ ਆ ਚੱਕਿਆ ਜਾਣਾ ਆ। ਓਬਵੀਅਸਲੀ ਜਦੋਂ ਬੰਦਾ ਇੰਨੀ ਜ਼ਿਆਦਾ ਬਿਮਾਰੀ ਦੇ ਵਿੱਚ ਜਾਂ ਇੰਨੀ ਚੀਜ਼ ਦੇ ਵਿੱਚ ਕਿਤੇ ਫਸਿਆ ਹੋਵੇ ਤੇ ਉਹਨੂੰ ਜਦੋਂ ਕੋਈ ਰਾਹ ਦਿਸਦਾ ਆ ਤੇ ਉਹ ਪੂਰੀ ਤਰ੍ਹਾਂ ਦੇ ਨਾਲ ਕਹਿੰਦਾ ਆ ਵੀ ਬਿਲਕੁਲ ਮੈਂ ਜਾਊਂਗਾ, ਵੀ ਛੇਤੀ ਤੋਂ ਛੇਤੀ ਸਗੋਂ ਜਾਵਾਂ, ਹੈ ਨਾ। ਤੇ ਉਸ ਤੋਂ ਬਾਅਦ ਆਪਾਂ ਪੜ੍ਹਦੇ ਹੈਗੇ ਦੂਜੇ ਕਿੰਗ ਦਾ ਹੀ, ਦੂਜੇ ਰਾਜੇ ਦਾ 5ਵੇਂ ਦਾ ਆਪਾਂ 4 ਤੋਂ 6 ਵੀ ਪੜ੍ਹਦੇ ਹੈਗੇ ਆ। उस तो बाद लिखा है, नमान अपने स्वामी आराम के राजा के पास गया। वो अपना जिथे राजा जिथे राज सेनापति सीगा ओदे राजे को ले गया, ते नमान ने आराम के राजा को वह बात बताई जो इजराइल की लड़की ने कही थी। 5वें दे विच, तब आराम के राजा ने कहा, अभी जाओ और मैं एक पत्र इजराइल के राजा के नाम भेजूंगा। अंत नमान इजराइल गया। नमान अपने साथ कुछ भेंट भी लेके गया। नमान 750 पौंड चांदी, 6000 स्वर्ण मुद्राएं और 10 बार बदलने के वस्त्र लेके गया। ਉਹ ਜਿਹੜੀ ਕੁੜੀ ਸੀਗੀ ਉਹਨੇ ਤਾਂ ਇਹ ਸਾਰਾ ਕੁਝ ਮੈਂਸ਼ਨ ਨਹੀਂ ਸੀ ਕੀਤਾ, ਉਹਨੇ ਤਾਂ ਸਿਰਫ ਆ ਕਿਹਾ ਸੀ ਵੀ ਤੂੰ ਉੱਥੇ ਜਾ ਤੇ ਉੱਥੇ ਜਾ ਕੇ ਉਹ ਜਿਹੜਾ ਨਬੀ ਆ ਉਹ ਤੇਰੇ ਕੋਡ ਨੂੰ ਠੀਕ ਕਰ ਸਕਦਾ ਹੈ। ਤੇ ਇਹ ਹੁਣ ਇਹ ਸਟੇਟਸ ਵਾਲਾ ਬੰਦਾ ਹੈ ਨਾ, ਇਹ ਸਿੱਧਾ ਹੀ ਕਿੱਦਾਂ ਜਾ ਕੇ ਬਸ ਉਹਦੇ ਕੋਲੇ ਚਲਿਆ ਜਾਵੇ। ਰਾਜੇ ਨੇ ਵੀ ਉੱਤੋਂ ਦੀ ਉਹਨੂੰ ਕਹਿ ਦਿੱਤਾ ਵੀ ਉਹ ਹਾਂ ਤੂੰ ਜਾ, ਮੈਂ ਇੱਕ ਲੈਟਰ ਵੀ ਲਿਖ ਕੇ ਦਿੰਨਾ ਆ ਰਾਜੇ ਦੇ ਨਾਮ ਤੇ ਵੀ ਤੂੰ, ਪਰ ਉਹਦਾ ਰਾਜੇ ਦਾ ਤਾਂ ਕੋਈ ਤਾਲਕ ਹੀ ਨਹੀਂ ਸੀਗਾ। ਮਤਲਬ ਮੈਂ ਸੋਚ ਰਹੀ ਹਾਂ ਵੀ ਥੋੜਾ ਜਿਹਾ ਕੰਫਿਊਜ਼ਨ ਜਿਹਾ ਹੋ ਗਿਆ ਨਾ, ਰਾਜੇ ਕੋਲੇ ਕਿੱਥੋਂ ਭੇਜ ਦਿੱਤਾ ਉਹਨੂੰ। ਤੇ 6वें ਦੇ ਵਿੱਚ ਲਿਖਿਆ ਹੈਗਾ, नमान इजराइल के राजा के लिए आराम के राजा का पत्र भी लेके गया। पत्र में यह लिखा था, यह पत्र यह जानकारी देने के लिए है कि मैं अपने सेवक नमान को तुम्हारे यहाँ भेज रहा हूं, उसके कोड को ठीक करो। ਹੁਣ ਇਹ ਚਿੱਠੀ ਦੇ ਨਾਲ ਇੰਨੀ ਵੱਡੀ ਕੰਫਿਊਜ਼ਨ ਪੈਦਾ ਹੋ ਗਈ। ਉਹ ਜਿਹੜੇ ਰਾਜੇ ਨੂੰ ਉਹ ਚਿੱਠੀ ਮਿਲੀ ਹੈ ਨਾ, ਜਦੋਂ ਉਹ ਰਾਜੇ ਨੂੰ ਉਹ ਚਿੱਠੀ ਮਿਲੀ ਤੇ ਉਹਨੂੰ ਉਹ ਇੰਨਾ ਕੰਫਿਊਜ਼ ਹੋ ਗਿਆ। ਉਹ ਕਹਿੰਦੇ ਵੀ ਮੈਨੂੰ ਕੀ ਪਤਾ ਵੀ ਜੋ ਹੋਇਆ ਆ, ਹੈ ਨਾ। ਸਭ ਤੋਂ ਪਹਿਲਾਂ ਤਾਂ ਆਪਾਂ ਦੇਖਦੇ ਹੈਗੇ ਵੀ ਉਹ ਕੁੜੀ ਨੇ ਕੁਝ ਮੈਂਸ਼ਨ ਨਹੀਂ ਕੀਤਾ ਸੀ, ਗਿਫਟਸ ਇਹ ਉਹ, ਤੂੰ ਇੰਨਾ ਸੋਨਾ ਇਹ ਉਹ ਇੰਨੇ ਗਿਫਟ ਲੈ ਕੇ। ਕਈ ਵਾਰੀ ਲੋਕਾਂ ਨੂੰ ਨਾ ਪਤਾ ਨਹੀਂ ਲੱਗਦਾ ਵੀ ਕਿਹੜੀ ਚੀਜ਼ ਕਦੋਂ। ਉਹ ਸੱਚੇ ਪਰਮੇਸ਼ਵਰ ਨੂੰ ਵੀ ਉਹੀ ਤੱਕੜੀ 'ਚ ਤੋਲ ਦਿੰਦੇ ਨੇ ਜਿੱਥੇ ਸਭ ਕੁਝ ਨੂੰ ਤੋਲਦੇ ਨੇ, ਹੈ ਨਾ। ਵੀ ਹਾਂ ਗਿਫਟਾਂ ਦੇ ਨਾਲ ਖੁਸ਼ ਹੋ ਜਾਊਗਾ ਪਰਮੇਸ਼ਵਰ, ਸ਼ਾਇਦ ਮੈਨੂੰ ਬਹੁਤਾ ਵਧੀਆ ਛੇਤੀ ਚੰਗਾ ਕਰ ਦੂਗਾ, ਹੈ ਨਾ। ਤੇ ਉਹ ਇੰਨਾ ਕੁਛ ਉੱਥੇ ਲੈ ਕੇ ਗਏ ਉਹਦੇ ਕੋਲੇ ਉਹਨੂੰ ਗਿਫਟ ਦੇਣ ਦੇ ਲਈ, ਪਰ ਲੋਕਾਂ ਨੂੰ ਨਹੀਂ ਸਮਝ। ਕਈ ਵਾਰੀ ਮੈਂ ਸੁਣਿਆ ਲੋਕ ਕਹਿੰਦੇ ਵੀ ਉਹ ਸਾਨੂੰ ਕੋਈ ਬਿਮਾਰੀ ਆ ਜਾਂ ਪਲੀਜ਼ ਸਾਤੋਂ ਕਿਸੇ ਕੋਲੋਂ ਸਾਡੇ ਲਈ ਪ੍ਰੇ ਕਰਵਾ ਦਿਓ, ਉਹ ਕਿੰਨਾ ਪੈਸਾ ਲੈਣਗੇ।
ਮਤਲਬ ਆਪਣੇ ਸੱਚੇ ਪਰਮੇਸ਼ਵਰ ਨੂੰ ਲੋਕ ਸਮਝਦੇ ਹੀ ਨਹੀਂਗੇ, ਹਜੇ ਲੋਕਾਂ ਨੂੰ ਪਤਾ ਨਹੀਂਗਾ ਵੀ ਜਿਹੜਾ ਸੱਚਾ ਪਰਮੇਸ਼ਵਰ ਆ ਉਹ ਤਾਂ ਉਹਦੇ ਨਾਲ ਤਾਂ ਦਿਲ ਦਾ ਮਾਮਲਾ ਆ। ਮੈਨ ਹਾਲੇਲੂਇਆ, ਉਹਦੇ ਨਾਲ ਦਿਲ ਦਾ ਮਾਮਲਾ ਆ। ਆਹ ਜਾਤ ਪਾਤ ਪੈਸਾ ਧੇਲਾ ਇਹ ਸਾਰਾ ਕੁਝ ਦਾ ਉਹਨੂੰ ਕੋਈ ਮਤਲਬ ਨਹੀਂਗਾ, ਕੋਈ ਮਾਇਨੇ ਨਹੀਂ ਰੱਖਦਾ। ਸਿਰਫ ਆਪਾਂ ਆਪਣਾ ਦਿਲ ਖੋਲੀਏ, ਪਰਮੇਸ਼ਵਰ ਦੇ ਅੱਗੇ ਦਿਲ ਰੱਖੀਏ ਤੇ ਪਰਮੇਸ਼ਵਰ ਖੁਸ਼ੀ ਦੇ ਨਾਲ ਆਪਾਂ ਨੂੰ ਬਰਕਤ ਦਿੰਦਾ ਆ। ਤੇ ਇਹ ਸਭ ਕੁਝ ਜੋ ਵੀ ਕੁਝ ਪਰਮੇਸ਼ਵਰ ਦਿੰਦਾ ਆ ਉਹ ਫ੍ਰੀ ਦੇ ਵਿੱਚ ਦਿੰਦਾ ਆ। ਮੇਰੇ ਦੋਸਤ ਮਿੱਤਰ ਜੋ ਵੀ ਅੱਜ ਸੁਣ ਰਹੇ ਨੇ ਇਸ ਵਚਨ ਨੂੰ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ, ਤੁਸੀਂ ਸਿਰਫ ਆਪਣਾ ਮੂੰਹ ਖੋਲ ਕੇ ਇਕਰਾਰ ਕਰੋ ਕਿ ਪਰਮੇਸ਼ਵਰ ਯਿਸੂ ਮਸੀਹ ਜੀ ਹੀ ਮੁਕਤੀ ਦਾਤਾ ਨੇ। ਉਹ ਸਵਰਗ ਛੱਡ ਕੇ ਮੇਰੇ ਲਈ ਇਸ ਧਰਤੀ ਤੇ ਆਏ ਤੇ ਉਹਨਾਂ ਨੇ ਮੇਰੇ ਲਈ ਆਪਣੀ ਜਾਨ ਦਿੱਤੀ ਤੇ 3 ਦਿਨਾਂ ਦੇ ਬਾਅਦ ਉਹ ਰੈਜ਼ਰੈਕਟ ਹੋਏ। ਤੁਸੀਂ ਇਹ ਵਿਸ਼ਵਾਸ ਕਰੋ ਤੇ ਬੁਲਾਓ ਪਰਮੇਸ਼ਵਰ ਯਿਸੂ ਮਸੀਹ ਜੀ ਨੂੰ ਆਪਣੇ ਦਿਲ ਦੇ ਵਿੱਚ ਤੇ ਤੁਸੀਂ ਦੇਖੋਗੇ ਕਿ ਕਿੱਦਾਂ ਪਰਮੇਸ਼ਵਰ ਵੱਡੇ ਵੱਡੇ ਕੰਮ ਕਰਦਾ ਆ ਤੁਹਾਡੀ ਜ਼ਿੰਦਗੀ ਦੇ ਵਿੱਚ, ਕਿੱਦਾਂ ਬਰਕਤਾਂ ਦੇ ਨਾਲ ਭਰਪੂਰ ਕਰੂਗਾ ਤੁਹਾਨੂੰ। ਉਹ ਪੈਸੇ ਧੇਲੇ ਦਾ ਕੋਈ ਉਹਦੇ ਨਾਲ ਲੈਣਾ ਦੇਣਾ ਨਹੀਂਗਾ, ਉਹ ਸਿਰਫ ਦਿਲ ਮੰਗਦਾ ਆ, ਉਹਦੇ ਨਾਲ ਸਿਰਫ ਦਿਲ ਦਾ ਮਾਮਲਾ ਆ। ਆਮੇਨ ਹਾਲੇਲੂਇਆ। ਜਿੱਦਾਂ ਆਪਾਂ ਹੁਣ ਅੱਗੇ ਸਟੋਰੀ ਦੇ ਵਿੱਚ ਦੇਖਦੇ ਹੈਗੇ ਆ, 7ਵੇਂ ਦੇ ਵਿੱਚ ਲਿਖਿਆ, 5ਵੇਂ ਦੂਜੇ ਰਾਜੇ ਦੇ 5ਵੇਂ ਦੇ 7ਵੇਂ ਦੇ ਵਿੱਚ ਜਦੋਂ ਹੁਣ ਉਹ ਸਾਰਾ ਕੁਝ ਜੋ ਕੁਝ ਨਾਮਾਨ ਲੈ ਕੇ ਆਇਆ ਸੀਗਾ ਤੇ ਉਹ ਜਿਹੜਾ ਦੂਜਾ ਰਾਜਾ ਆ ਉਹਨੂੰ ਉਹ ਚਿੱਠੀ ਪੜ੍ਹ ਕੇ ਸੁਣਾਤੀ ਵੀ ਇਹਨੂੰ ਠੀਕ ਕਰੋ, ਨਾਮਾਨ ਨੂੰ ਠੀਕ ਕਰੋ। तो वो कहता है जब इजराइल का राजा उस पत्र को पढ़ चुका था तो उसने अपनी चिंता और परेशानी को प्रकट करने के लिए अपने वस्त्र फाड़ डाले। उन्हें अपने कपड़े फाड़ते जी। इजराइल के राजा ने कहा, क्यों, मैं परमेश्वर हूं? नहीं, जीवन और मृत्यु पर मेरा कोई अधिकार नहीं। जब आराम के राजा ने मेरे पास कोढ़ के रोगी को स्वस्थ करने के लिए क्यों भेजा है? इससे जरा सोचो और तुम देखोगे कि यह एक चाल है। आराम के राजा युद्ध आरंभ करना चाहते हैं। कंफ्यूजन। कई बारी ਜਦੋਂ ਮੈਂ ਆਹ ਵਚਨ ਪੜਿਆ ਨਾ, ਮੈਨੂੰ ਇੱਕਦਮ ਮੈਂ ਕਿਹਾ ਵਾਓ, ਇਹ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਵੀ ਹੁੰਦਾ ਆ। ਮਤਲਬ ਇਹਦਾ ਉਹਦੇ ਕੋਡ ਠੀਕ ਕਰਨ ਦੇ ਨਾਲ ਕੋਈ ਤਾਲੁਕ ਨਹੀਂਗਾ। ਇਹ ਤਾਂ ਰਾਜੇ ਕੋਲੇ ਵੈਸੇ ਹੀ ਚਲਿਆ ਗਿਆ, ਜਿੱਦਾਂ ਕਹਿ ਲਓ ਭੁੱਲ ਭੁਲੇਖੇ, ਕਿਉਂਕਿ ਇਹਨੂੰ ਆਏ ਸੀਗਾ ਵੀ ਮੈਂ ਬਹੁਤ ਵੱਡਾ ਬੰਦਾ, ਉਧਰੋਂ ਰਾਜੇ ਨੂੰ ਸੁਨੇਹਾ ਦਿੱਤਾ ਹੈ ਨਾ। ਪਰ ਜਦੋਂ ਮੈਂ ਇਹ ਵਚਨ ਪੜਿਆ, ਪਤਾ ਮੇਰੇ ਦਿਲ ਦੇ ਵਿੱਚ ਕਿਹੜੀ ਸਭ ਤੋਂ ਪਹਿਲੀ ਗੱਲ ਆਈ? ਮੇਰੇ ਦਿਲ ਦੇ ਵਿੱਚ ਇਹ ਗੱਲ ਆਈ ਕਿ ਗਲਤਫਹਿਮੀਆਂ ਦੇ ਨਾਲ ਕਿੰਨੇ ਰਿਸ਼ਤੇ ਟੁੱਟਦੇ ਨੇ। ਗਲਤਫਹਿਮੀਆਂ ਦੇ ਨਾਲ ਕਿੰਨੀਆਂ ਦੁਸ਼ਮਣੀਆਂ ਪੈਦਾ ਹੋ ਜਾਂਦੀਆਂ ਨੇ। ਇਹ ਇੱਕ ਗਲਤਫਹਿਮੀ ਹੋਈ ਸੀਗੀ ਕਿ ਉਹਨੇ ਤਾਂ ਰਾਜੇ ਨੇ, ਉਹ ਕਹਿੰਦਾ ਵੀ ਸੀ ਇਹ ਕਹਿੰਦਾ ਵੀ ਇਹ ਤਾਂ ਉਹਦੀ ਇੱਕ ਚਾਲ ਆ, ਇਹ ਤਾਂ ਯੁੱਧ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਨੇ। ਮਤਲਬ ਵੀ ਕਿਸੇ ਨੇ ਕੁਛ ਕਿਹਾ, ਅਗਲੇ ਨੇ ਕੁਛ ਹੋਰ ਸਮਝਿਆ। ਜਦੋਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਵੀ ਇਹ ਹੁੰਦਾ ਆ, ਆਪਾਂ ਕੋਈ ਹੋਰ ਆਪਾਂ ਨੂੰ ਆ ਕੇ ਕੁਛ ਕਹਿੰਦਾ ਹੈ ਕਿਸੇ ਤੀਸਰੇ ਬੰਦੇ ਦੇ ਬਾਰੇ, ਬੈਟਰ ਹੈਗਾ ਆਪਾਂ ਤੀਸਰੇ ਬੰਦੇ ਦੇ ਨਾਲ ਗੱਲ ਕਰਕੇ ਉਹਨੂੰ ਪੁੱਛ ਲਈਏ। ਹਾਂ, ਹੋ ਵੀ ਸਕਦਾ ਆ ਵੀ ਅਗਲੇ ਨੇ ਕੁਛ ਇਹੋ ਜਿਹੀ ਗੱਲ ਕਹੀ ਹੋਵੇ ਤਾਂ ਉਹਨੂੰ ਵੀ ਮੌਕਾ ਮਿਲੇ, ਮਾਫ ਕਰੋ, ਮਾਫੀ ਮੰਗੋ ਤੇ ਪਰਮੇਸ਼ਰ ਦੇ ਅੱਗੇ ਵਧਦੇ ਜਾਓ। ਆਮੇਨ। ਇਹ ਗਲਤਫਹਿਮੀਆਂ ਦੇ ਨਾਲ ਇੰਨੇ ਰਿਸ਼ਤੇ ਟੁੱਟਦੇ ਨੇ ਕਿ ਮਤਲਬ ਵੀ ਇੱਥੇ ਆਪਾਂ ਨੂੰ ਸਾਫ਼ ਨਜ਼ਰ ਆਉਂਦਾ ਆ ਵੀ ਇਹਦੇ ਨਾਲ ਕੋਈ ਤਾਲੁਕ ਨਹੀਂਗਾ ਤੇ ਉਹ ਸੋਚ ਰਿਹਾ ਕਿ ਉਹ ਲੜਾਈ ਕਰਨ ਦੇ ਲਈ ਇਹ ਪਲਾਨ ਬਣਾ ਕੇ ਭੇਜਿਆ ਹੋਇਆ ਵਾ ਸਾਰਾ ਕੁਝ। ਜਦੋਂ ਅੱਗੇ ਆਪਾਂ ਦੇਖਦੇ ਹਾਂ, ਜਦੋਂ ਜਿਹੜਾ ਰਾਜਾ ਸੀਗਾ ਇਹਨੇ ਆਪਦੇ ਕੱਪੜੇ ਕੁਪੜੇ ਫਾੜ ਦਿੱਤੇ ਤੇ ਜਦੋਂ ਇਹਦਾ ਜਿਹੜੀ ਰਾਜੇ ਦੀ ਇਹ ਗੱਲ ਸਾਰੇ ਉਹਨਾਂ ਦੇ ਉੱਥੇ ਫੈਲ ਗਈ ਕਿ ਰਾਜੇ ਨੇ ਇਦਾਂ ਕਰਕੇ ਆਪਣੇ ਕੱਪੜੇ ਫਾੜ ਦਿੱਤੇ ਤੇ ਆਹ ਹੋ ਗਿਆ, ਉਹ ਹੋ ਗਿਆ। ਤੇ ਉਹ ਗੱਲ ਆ ਜਿਹੜੀ ਉਹ ਜਿਹੜਾ ਨਵੀ ਸੀਗਾ ਅਲੀਸ਼ਾ, ਉਹਦੇ ਕੰਨਾਂ 'ਚ ਪੈਂਦੀ ਹੈ। ਤੇ ਉਹ ਅਲੀਸ਼ਾ ਜਿਹੜਾ ਹੈਗਾ ਆ ਉਹ ਕਹਿੰਦਾ ਆ ਵੀ ਕੋਈ ਗੱਲ ਹੀ ਨਹੀਂ ਗੀ, ਉਹਨੂੰ ਤੁਸੀਂ ਮੇਰੇ ਕੋਲੇ ਭੇਜੋ, ਹੈ ਨਾ। 8ਵੇਂ ਦੇ ਵਿੱਚ ਆਪਾਂ ਪੜ੍ਹਦੇ ਹਾਂ, परमेश्वर के जन अलीशा ने सुना कि इजराइल का राजा परेशान है और उसने अपने वस्त्र फाड़ डाले। अलीशा ने अपना संदेश राजा के पास भेजा, तुमने अपने वस्त्र क्यों फाड़े? नामान को मेरे पास आने दो, तब वह समझेगा कि इजराइल में भी कोई नबी है।
ਆਮੇਨ ਹਾਲੇਲੂਇਆ। ਉਹ ਤਾਂ ਹੁਣ ਤਾਂ ਉੱਥੇ ਪਹੁੰਚ ਗਿਆ ਜਿੱਥੇ ਉਹ ਐਕਚੁਅਲੀ ਜਾਣਾ ਚਾਹੁੰਦਾ ਸੀਗਾ, ਕਿਉਂਕਿ ਉਹ ਨਾਮਾਨ ਜਿਹੜਾ ਹੈਗਾ ਆ ਉਹ ਐਕਚੁਅਲੀ ਅਲੀਸ਼ਾ ਨੂੰ ਹੀ ਮਿਲਣ ਆਇਆ ਸੀਗਾ, ਤਾਂ ਕਰਕੇ ਉਹ ਉਹਦੇ ਕੋੜ ਨੂੰ ਚੰਗਾ ਕਰ ਸਕੇ, ਹੈ ਨਾ। ਤੇ ਜਦੋਂ ਉਹਨੇ ਸੁਣਿਆ ਹੋਊਗਾ ਨਾਮਾਨ ਨੇ ਕਿ ਵਾਓ ਐਲੀਸ਼ਾ ਨੇ ਹੁਣ ਮੈਨੂੰ ਬੁਲਾਇਆ ਆ ਤੇ ਹੁਣ ਉਹ ਹੁਕਮ ਦਊਗਾ ਤੇ ਮੇਰੇ ਕੋਡ ਨੂੰ ਚੰਗਾ ਕਰ ਦੂਗਾ, ਆਮ ਪ੍ਰੀਟੀ ਸ਼ੋਰ ਕਿ ਉਹ ਬਹੁਤ ਹੀ ਐਕਸਾਈਟਿਡ ਹੋਊਗਾ ਉਹਨੂੰ ਐਲੀਸ਼ਾ ਨੂੰ ਮਿਲਣ ਦੇ ਲਈ, ਬਹੁਤ ਹੀ ਜਿੱਦਾਂ ਕਹ ਲਓ ਫੁੱਲਿਆ ਨਾ ਸਮਾਉਂਦਾ ਹੋਊਗਾ ਕਿ ਵਾਓ ਫਾਈਨਲੀ ਉਹ ਮੂਮੈਂਟ ਆ ਗਈ ਆ ਜਿਹੜੀ ਮੂਮੈਂਟ ਦੀ ਮੈਂ ਵੇਟ ਕਰ ਰਿਹਾ ਸੀਗਾ, ਹੈ ਨਾ। ਤੇ ਉਹ ਬਹੁਤ ਹੀ ਐਕਸਾਈਟਿਡ ਹੋਊਗਾ। ਪਰ ਜਦੋਂ ਉਹ ਉਹਦੇ ਘਰ ਦੇ ਬਾਹਰ ਪਹੁੰਚਿਆ, ਜਿਹੜਾ ਨਾਮਾਨ ਸੀਗਾ ਉਹ ਐਲੀਸ਼ਾ ਦੇ ਘਰ ਦੇ ਬਾਹਰ ਜਦੋਂ ਪਹੁੰਚਿਆ, ਉਹਦੀ ਜਿਹੜੀ ਐਕਸਾਈਟਮੈਂਟ ਸੀਗੀ ਉਹ ਜਿੱਦਾਂ ਦੁੱਧ ਨਹੀਂ ਆਪਾਂ ਉਬਲਣਾ ਧਰਦੇ, ਉਬਲਨੇ ਦੁੱਧ ਵਾਂਗੂ ਇੱਕਦਮ ਹੀ ਇੱਦਾਂ ਸੀ ਐਕਸਾਈਟਮੈਂਟ ਇੱਕਦਮ ਥੱਲੇ ਹੋ ਗਈ। ਕਿਉਂ ਥੱਲੇ ਹੋ ਗਈ ਅੱਗੇ ਦੇਖਦੇ ਆ, ਹੈ ਨਾ। ਦੂਜੇ ਰਾਜੇ ਦੇ 5ਵੇਂ ਦਾ 9ਵਾਂ ਪੜ੍ਹਦੇ ਆ ਆਪਾਂ। 9वें ਦੇ ਵਿੱਚ ਲਿਖਿਆ ਹੈਗਾ ਆ, अंत नामान अपने घोड़ों और रथों के साथ एलीशा के घर आया और द्वार के बाहर खड़ा रहा। ਉਹਦੇ ਘਰੇ ਆਇਆ ਪਰ ਅੰਦਰ ਨਹੀਂ ਗਿਆ, ਉਹ ਬਾਹਰ ਖੜਾ ਆ। ਉਹ ਕਿਉਂ ਬਾਹਰ ਖੜਾ ਆ? ਆਈ ਥਿੰਕ ਉਹ ਰੈੱਡ ਕਾਰਪੇਟ ਦੀ ਵੇਟ ਕਰ ਰਿਹਾ ਆ। ਉਹ ਵੇਟ ਕਰ ਰਿਹਾ ਆ ਕਿ ਹਾਂਜੀ ਉਹ ਕਾਰਪੇਟ ਖੁੱਲੂਗਾ, ਤੁਰੀਆਂ ਬੋਲਣਗੀਆਂ, ਫੂਕੀਆਂ ਜਾਣਗੀਆਂ ਤੇ ਮੇਰਾ ਸਵਾਗਤ ਹੋਊਗਾ, ਫੁੱਲ ਵਿਛਾਏ ਜਾਣਗੇ ਤੇ ਮੈਂ ਉਵੇਂ ਫਿਰ ਤੁਰ ਕੇ ਅਲੀਸ਼ਾ ਮੈਨੂੰ ਵੈਲਕਮ ਕਰੂਗਾ ਤੇ ਮੈਂ ਉਦਾਂ ਤੁਰ ਕੇ ਉਹਦੇ ਕੋਲੇ ਜਾਊਂਗਾ। ਉਹੋ ਜਿਹਾ ਕੁਛ ਵੀ ਨਹੀਂ ਹੋਇਆ। ਉਹ ਉੱਥੇ ਖੜਾ ਆ ਤੇ ਐਲੀਸ਼ਾ ਜਿਹੜਾ ਹੈਗਾ ਆ ਉਹਨੂੰ ਮਿਲਣ ਵੀ ਬਾਹਰ ਨਹੀਂ ਆਇਆ। ਆਪਾਂ ਨੂੰ ਇਹ ਸਟੋਰੀ ਦਾ ਪਤਾ ਹੈਗਾ ਆ, ਪਰ ਫਿਰ ਵੀ ਆਪਾਂ ਅੱਗੇ ਪੜ੍ਹਦੇ ਹੈਗੇ ਆ ਕਿ ਉਹ ਮਿਲਣ ਵੀ ਬਾਹਰ ਨਹੀਂ ਆਇਆ। ਤੇ ਜਿਹੜੀ ਪ੍ਰਾਈਡ ਆ ਨਾ, ਉਹ ਪ੍ਰਾਈਡ ਇਜ਼ ਅ ਫਨੀ ਥਿੰਗ, ਪ੍ਰਾਈਡ ਇਜ਼ ਅ ਰੀਅਲੀ ਫਨੀ ਥਿੰਗ। ਜਿਹੜਾ ਅਹੰਕਾਰ ਆ, ਜਿਹੜੀ ਮੈਂ ਆ, ਉਹ ਲੋਕਾਂ ਨੂੰ ਅੰਨਾ ਕਰ ਦਿੰਦੀ ਆ। ਕਿੱਥੇ ਤਾਂ ਉਹ ਆਪਣੀ ਤੰਦਰੁਸਤੀ, ਆਪਣੀ ਸ਼ਿਫਾ, ਆਪਣਾ ਚੰਗਾ ਹੋਣਾ ਸਰੀਰ ਦਾ ਲੱਭਣ ਆਇਆ ਵਾ, ਪਰ ਇੱਥੇ ਉਹਦਾ ਜਿਹੜਾ ਅਹੰਕਾਰ, ਉਹਦਾ ਪ੍ਰਾਈਡ ਆ ਉਹ ਵਿੱਚ ਆ ਜਾਂਦਾ ਆ। ਉਹ ਪ੍ਰਾਈਡ ਜਿਹੜਾ ਆ ਉਹ ਉਹਦੇ ਤੇ ਉਹਦੀ ਤੰਦਰੁਸਤੀ ਦੇ ਵਿਚਾਲੇ ਕਹਿ ਲਓ ਵੀ ਆ ਕੇ ਖੜਾ ਹੋ ਜਾਂਦਾ ਆ। ਤੇ ਜੇ ਪਰਮੇਸ਼ਰ ਤੁਹਾਨੂੰ ਕਈ ਇਹੋ ਜਿਹਾ ਕੰਮ ਕਰਨ ਨੂੰ ਕਹੇ, ਬਈ ਤੁਸੀਂ ਕਹੋ ਵੀ ਜਿੱਦਾਂ ਕਹਿ ਲਓ ਵੀ ਤੁਹਾਨੂੰ ਬੇਵਕੂਫੀ ਲੱਗੇ, ਜੇ ਪਰਮੇਸ਼ਰ ਤੁਹਾਨੂੰ ਇਹੋ ਜਿਹਾ ਕੋਈ ਕੰਮ ਕਰਨ ਨੂੰ ਕਹੇ ਤਾਂ ਤੁਸੀਂ ਕਰੋਗੇ ਕਿ ਤੁਹਾਨੂੰ ਇੱਦਾਂ ਫੀਲ ਹੋਏਗਾ ਵੀ ਇਹ ਤਾਂ ਹਿਊਮਿਲਿਟੀ ਵਾਲੀ ਗੱਲ ਆ, ਇਹਦੇ ਨਾਲ ਤਾਂ ਮੇਰੀ ਇੰਨੀ ਬੇਇੱਜ਼ਤੀ ਹੋਊਗੀ, ਜਾਂ ਕੋਈ ਇਹੋ ਜਿਹਾ ਕੁਛ ਕਰਨ ਨੂੰ ਕਹੇ ਜਿਹਦੇ ਨਾਲ ਤੁਹਾਡੇ ਸਟੇਟਸ ਤੇ ਫਰਕ ਪੈਂਦਾ ਹੋਵੇ, ਹੈ ਨਾ। ਤਾਂ ਉਹੀ ਇੱਥੇ ਐਲੀਸ਼ਾ ਦੇ ਇੱਥੇ ਨਾਮਾਨ ਦੇ ਨਾਲ ਹੋਇਆ। ਉਹ ਨਾਮਾਨ ਨੂੰ ਐਲੀਸ਼ਾ ਜਿਹੜਾ ਹੈਗਾ ਆ, ਆਪਾਂ 9ਵੇਂ ਦੇ ਵਿੱਚ ਦੇਖਦੇ ਹਾਂ ਵੀ ਕੀ ਹੁੰਦਾ। ਉਹ ਬਾਹਰ ਆ ਕੇ, ਘਰ ਦੇ ਬਾਹਰ ਆ ਕੇ ਖੜਾ ਹੋ ਗਿਆ, ਹੈ ਨਾ। ਤੇ 9ਵੇਂ ਦੇ ਵਿੱਚ ਉਹ ਘੋੜਿਆਂ ਰਥਾਂ ਦੇ ਨਾਲ ਆ ਕੇ ਐਲੀਸ਼ਾ ਕੇ ਘਰ ਕੇ ਦੁਆਰ ਕੇ ਬਾਹਰ ਆ ਕੇ ਖੜਾ ਹੋ ਗਿਆ। ਉਸ ਤੋਂ ਬਾਅਦ 10ਵੇਂ ਦੇ ਵਿੱਚ ਆਪਾਂ ਐਕਚੁਅਲੀ ਦੇਖਦੇ ਹਾਂ ਵੀ ਹੁਣ ਹੋਇਆ ਕੀ। 10ਵੇਂ ਦੇ ਵਿੱਚ एलीशा ने एक संदेशवाहक को नामान के पास भेजा। एलीशा ने ਜਿਹੜਾ ਆਪਣਾ ਕੋਈ ਇੱਕ ਜਿਹੜਾ ਉਹਦੇ ਅੰਡਰ ਜਾਂ ਕਹਿ ਲਓ ਕੰਮ ਕਰਦਾ ਜਾਂ ਜਿਹੜਾ ਕੋਈ ਬੰਦਾ ਸੀਗਾ ਉਹਦੇ ਨਾਲ, ਉਹਦਾ ਸੇਵਕ ਸੀਗਾ, ਉਹਨੂੰ ਬਾਹਰ ਨਾਮਾਨ ਦੇ ਕੋਲੇ ਇੱਕ ਸੰਦੇਸ਼ ਦੇ ਕੇ ਭੇਜਿਆ। ਸੰਦੇਸ਼ ਕੀ ਕਹਿੰਦਾ ਆ? ਸੰਦੇਸ਼ ਦੇ ਵਿੱਚ ਉਹ ਕਹਿੰਦਾ ਆ ਬਈ भेजा। संदेशवाहक ने कहा, जाओ और यर्दन नदी में 7 बार नहाओ, तब तुम्हारा कोढ़ चंगा हो जाएगा और तुम पवित्र तथा शुद्ध हो जाओगे। ਉਹ ਕਹਿੰਦਾ ਵੀ ਜਾ ਤੂੰ ਯਰਦਨ ਨਦੀ ਜਿਹੜੀ ਰਿਵਰ ਹੈਗੀ ਆ, ਯੋਰਡਨ ਰਿਵਰ ਆ ਜਿਹੜੀ, ਤੂੰ ਉਹਦੇ ਵਿੱਚ ਜਾ ਕੇ 7 ਵਾਰ ਡੁਬਕੀਆਂ ਲਾ ਤੇ ਤੇਰਾ ਜਿਹੜਾ ਰੋਗ ਆ, ਜਿਹੜਾ ਚਮੜੇ ਦੀ ਤੈਨੂੰ ਜਿਹੜੀ ਬਿਮਾਰੀ ਆ, ਉਹ ਤੇਰੀ ਚੰਗੀ ਹੋ ਜਾਊਗੀ। ਸੋ ਈਜ਼ੀ। ਪਰ ਨਾਮਾਨ ਜਿਹੜਾ ਆ ਉਹ ਐਡਾ ਵੱਡਾ ਨਾਮ ਦਾ ਸਟੇਟਸ ਵਾਲਾ ਬੰਦਾ, ਉਹ ਪਹਿਲੀ ਤਾਂ ਉਹਨੂੰ ਗੱਲ ਆਹ ਲੱਗ ਗਈ ਕਿ ਮੈਂ ਉਹਦੇ ਘਰ ਦੇ ਬਾਹਰ ਖੜਾ ਆ ਤੇ ਆਪ ਮੈਨੂੰ ਹੈਲੋ ਕਹਿਣ ਜਾਂ ਮੈਨੂੰ ਸੰਦੇਸ਼ ਦੇਣ ਜਾਂ ਮੈਨੂੰ ਵੈਲਕਮ ਕਰਨ ਵੀ ਨਹੀਂ ਆਇਆ, ਉਹ ਬਾਹਰ ਵੀ ਨਹੀਂ ਨਿਕਲਿਆ ਹੈ।
ਉਹਦੀ ਤਾਂ ਜਿੱਦਾਂ ਕਹਿ ਲਓ ਗੁੱਸੇ ਦੇ ਨਾਲ ਉਹ ਤਾਂ ਲਾਲ ਪੀਲਾ ਹੋ ਗਿਆ ਤੇ ਕਿਸੇ ਨੂੰ ਉਹਨੇ ਸੁਨੇਹਾ ਦੇ ਕੇ ਭੇਜਿਆ ਵੀ ਤੂੰ ਜਾ ਕੇ ਨਮਾਨ ਨੂੰ ਦਾ ਕਹਿ ਦੇ ਜਾ ਕੇ ਕਿ ਉਹ ਯਰਦਨ ਨਦੀ ਜਿਹੜੀ ਹੈਗੀ ਆ ਉਹਦੇ ਵਿੱਚ ਜਾ ਕੇ ਤੂੰ 7 ਡੁਬਕੀਆਂ ਲਾ ਤੇ ਤੇਰਾ ਜਿਹੜਾ ਕੋੜ ਹੈਗਾ ਆ ਉਹ ਚੰਗਾ ਹੋ ਜਾਊਗਾ। ਨਮਾਨ ਕਹਿੰਦਾ ਆ ਉਹਦੇ ਜਿੱਦਾਂ ਕਹਿ ਲਓ ਉਹਦੇ 100 ਘੜਾ ਪਾਣੀ ਦਾ ਸਿਰ ਤੇ ਪੈ ਗਿਆ। ਉਹ ਕਹਿੰਦਾ ਯਰਦਨ ਨਦੀ ਦੇ ਵਿੱਚ, ਐਸ ਨਦੀ ਦੇ ਵਿੱਚ, ਤੇ ਉਹ ਤਾਂ ਗੁੱਸੇ 'ਚ ਆ ਗਿਆ ਤੇ ਗੁੱਸੇ 'ਚ ਆ ਕੇ ਉਹ ਉੱਥੋਂ ਚਲਿਆ ਗਿਆ ਹੈ ਨਾ। ਕਈ ਵਾਰੀ ਇਹ ਸਮਝਣਾ ਬਹੁਤ ਜ਼ਰੂਰੀ ਆ ਕਿ ਕਈ ਵਾਰੀ ਜਦੋਂ ਪਰਮੇਸ਼ਰ ਆਪਣੇ ਬੰਦਿਆਂ ਦੇ ਰਾਹੀਂ ਬੰਦਿਆਂ ਨੂੰ ਯੂਜ਼ ਕਰਦਾ ਆ ਤੇ ਆਪਾਂ ਨੂੰ ਕੋਈ ਸੁਨੇਹਾ ਮਿਲਦਾ ਆ ਪਰਮੇਸ਼ਰ ਦੇ ਲੋਕਾਂ ਦੇ ਰਾਹੀਂ, ਪਰਮੇਸ਼ਰ ਦੇ ਵਚਨ ਦੇ ਰਾਹੀਂ, ਜਦੋਂ ਪਰਮੇਸ਼ਰ ਆਪਣੇ ਨਾਲ ਗੱਲ ਕਰਦਾ ਆ ਇੰਨਾ ਜ਼ਰੂਰੀ ਆ ਕਿ ਉਹ ਵਚਨ ਨੂੰ ਆਪਾਂ ਸੁਣੀਏ। ਉਹ ਵਚਨ ਆ ਜਿਹੜਾ ਉਹ ਪਰਮੇਸ਼ਰ ਦੀ ਆਵਾਜ਼ ਆ। ਇੱਥੇ ਜਿਹੜਾ ਐਲੀਸ਼ਾ ਆ ਉਹ ਪਰਮੇਸ਼ਰ ਦਾ ਬੰਦਾ ਆ। ਉਹ ਜੋ ਉਹਨੇ ਮੈਸੇਜ ਭੇਜਿਆ ਵਾ ਉਸ ਵਿਚਾਰਲੇ ਬੰਦੇ ਦੇ ਰਾਹੀਂ, ਉਹ ਮੈਸੇਜ ਪਰਮੇਸ਼ਰ ਵੱਲੋਂ ਆਇਆ ਆ, ਪਰਮੇਸ਼ਰ ਦਾ ਵਚਨ, ਕਿਉਂਕਿ ਉਹ ਨਬੀ ਆ ਜਿਹੜਾ ਉਹ ਪਰਮੇਸ਼ਰ ਦਾ ਨਬੀ ਆ। ਆਪਾਂ ਨੂੰ ਵੀ ਕਈ ਵਾਰੀ ਜਦੋਂ ਇਦਾਂ ਦੀ ਕੋਈ ਪਰਮੇਸ਼ਰ ਦਾ ਕੋਈ ਬੰਦਾ ਆਪਾਂ ਨੂੰ, ਪਰਮੇਸ਼ਰ ਦਾ ਬੰਦਾ ਆਪਾਂ ਨੂੰ ਆ ਕੇ ਕਹਿੰਦਾ ਆ ਵੀ ਇਹਨੂੰ ਆਏ ਕਰੋ ਤੇ ਆਪਾਂ ਨੂੰ ਆਪਣੀ ਬੇਇੱਜ਼ਤੀ ਲੱਗਦੀ ਆ। ਕਈ ਵਾਰੀ ਆਪਾਂ ਨੂੰ ਲੱਗਦਾ ਵੀ ਇਹ ਚੀਜ਼ ਕੀ ਮੈਨੂੰ ਕਹਿ ਰਹੇ ਨੇ, ਮੈਂ ਇਦਾਂ ਕਿੱਦਾਂ ਕਰ ਸਕਦਾ, ਮੇਰੀ ਇੰਨੀ ਬੇਇੱਜ਼ਤੀ ਹੋਊਗੀ, ਮੈਂ ਨਹੀਂ ਇਦਾਂ ਕਰ ਸਕਦਾ। ਪਰ ਆਪਾਂ ਨੂੰ ਮਤਲਬ ਵੀ ਆਪਾਂ ਨੂੰ ਡਿਸਰਨ ਕਰਨਾ ਆਉਣਾ ਚਾਹੀਦਾ ਆ ਕਿ ਇਹ ਪਰਮੇਸ਼ਰ ਦੇ ਵੱਲੋਂ ਆਵਾਜ਼ ਆਈ ਆ। ਪਰਮੇਸ਼ਰ ਦੇ ਵੱਲੋਂ ਜਿਹੜੀ ਆਵਾਜ਼ ਆਉਂਦੀ ਆ ਉਹ ਕਈ ਵਾਰੀ ਆਪਾਂ ਨੂੰ ਬੇਇੱਜ਼ਤੀ ਥਾਈਂ ਦੀ ਵੀ ਸ਼ਾਇਦ ਹੋ ਕੇ ਗੁਜ਼ਰਨਾ ਪਵੇ ਆਪਣੀ ਬਰਕਤ ਲੈਣ ਦੇ ਲਈ। ਤੇ ਇਹੀ ਚੀਜ਼ ਉਹਨੂੰ ਇਦਾਂ ਲੱਗਿਆ ਵੀ ਇਹ ਹੋ ਕੀ ਰਿਹਾ ਆ, ਵੀ ਮੈਨੂੰ ਇਦਾਂ ਕਿੱਦਾਂ ਉਹਨੇ ਭਾਈ ਨੇ ਐਲੀਸ਼ਾ ਨੇ ਇਦਾਂ ਸੁਨੇਹਾ ਦੇ ਕੇ ਭੇਜਤਾ ਵੀ 7 ਵਾਰੀ ਯਰਦਨ ਨਦੀ ਦੇ ਵਿੱਚ, ਇੰਨੀ ਗੰਦੀ ਨਦੀ, ਕਹਿੰਦਾ ਇੰਨੀ ਗੰਦੀ ਨਦੀ ਦੇ ਵਿੱਚ ਮੈਂ 7 ਵਾਰੀ ਡੁਬਕੀਆਂ ਲਾਵਾਂ ਹੈ। ਤੇ ਤੁਹਾਨੂੰ ਯਾਦ ਹੋਊਗਾ ਜਿਹੜਾ ਦੂਜੇ ਇਤਿਹਾਸ ਦਾ 20ਵੇਂ ਦਾ 21ਵਾਂ ਮਤਲਬ ਵੀ ਜੇ ਆਪਾਂ ਉਹਦੇ ਨੇੜੇ ਤੇੜੇ ਜੇ ਆਪਾਂ ਪੜਾਂਗੇ, ਜਿਹੜਾ ਯਹੋਸ਼ਾਫਾਤ ਰਾਜਾ ਸੀਗਾ ਉਹਨੂੰ ਪਰਮੇਸ਼ਰ ਨੇ ਕਿਸੇ ਦੇ ਦੁਆਰਾ ਉਹ ਜਦੋਂ ਯੁੱਧ ਲਈ ਜਾ ਰਹੇ ਸੀਗੇ ਤੇ ਕਿਸੇ ਦੇ ਦੁਆਰਾ ਕਿਸੇ ਦੀ ਪਰਮੇਸ਼ਰ ਦਾ ਰੂਹ ਕਿਸੇ ਤੇ ਆਇਆ ਸੀਗਾ ਤੇ ਉਹਦੇ ਦੁਆਰਾ ਪਰਮੇਸ਼ਰ ਨੇ ਉਹਨਾਂ ਨੂੰ ਸੁਨੇਹਾ ਦਿੱਤਾ ਸੀਗਾ ਬਈ ਤੁਸੀਂ ਜਿਹੜੇ ਤੁਹਾਡੇ ਵਰਸ਼ਿਪ ਕਰਨ ਵਾਲਾ ਜਿਹੜਾ ਗਰੁੱਪ ਆ ਹੈ ਨਾ, ਉਹਨੂੰ ਤੁਸੀਂ ਜਿਹੜੇ ਤੁਹਾਡੇ ਸੈਨਿਕ ਨੇ ਲੜਾਈ ਵਾਲੇ ਉਹਨਾਂ ਦੇ ਮੂਹਰਲੇ ਪਾਸੇ ਕਰੋ, ਲੜਾਈ ਵਾਲਿਆਂ ਦੇ ਮੂਹਰਲੇ ਪਾਸੇ। ਤੇ ਉਹਨਾਂ ਨੂੰ ਜਦੋਂ ਉਹ ਲੜਾਈ ਵਾਲ ਨੂੰ ਜਾਣ ਤੇ ਉੱਚੀ ਉੱਚੀ ਨਾਰੇ ਲਾਉਂਦੇ, ਗਾਉਂਦੇ, ਵਜਾਉਂਦੇ ਮਿਊਜ਼ਿਕ, ਤੁਸੀਂ ਉਹ ਲੜਾਈ ਦੇ ਬੈਟਲ ਵੱਲ ਨੂੰ ਜਾਓ। ਉਹ ਜਿਹੜੇ ਮਤਲਬ ਵੀ ਜਿਹੜੇ ਸੈਨਿਕ ਸੀਗੇ ਉਹ ਕਹਿੰਦੇ ਨੇ ਵੀ ਆਪਾਂ ਮਤਲਬ ਵੀ ਉਹਨਾਂ ਨੂੰ ਇੰਨੀ ਵੀਰਡ ਫੀਲ ਹੋਇਆ ਹੋਊਗਾ ਵੀ ਇਹ ਕੀ ਕਹਿ ਰਿਹਾ ਆ ਬੰਦਾ, ਆਪਾਂ ਇੱਥੇ ਲੜਾਈ ਲਈ ਜਾ ਰਹੇ, ਯੁੱਧ ਲਈ ਜਾ ਰਹੇ ਆ ਕਿ ਕਿਸੇ ਦੀ ਬਰਾਤ ਲੈ ਕੇ ਜਾ ਰਹੇ ਆ, ਹੈ ਨਾ। ਮਤਲਬ ਵੀ ਜੇ ਆਪਾਂ ਨੂੰ ਇਦਾਂ ਦੀ ਕੋਈ ਗੱਲ ਕਹੀ ਜਾਵੇ ਆਪਾਂ ਨੂੰ ਬੇਇੱਜ਼ਤੀ ਜੀ ਫੀਲ ਹੋਵੇ ਵੀ ਇਹ ਕੀ ਕਹਿ ਰਹੇ ਨੇ, ਆਪਾਂ ਇੱਥੇ ਲੜਨ ਜਾ ਰਹੇ ਆ, ਆਪਾਂ ਇੱਥੇ ਕੋਈ ਕੋਰਟ ਦਾ ਕੇਸ ਕਰਨ ਜਾ ਰਹੇ ਆ ਜਾਂ ਆਪਾਂ ਕੇਸ ਦਾ ਜਾਂ ਕੋਈ ਵੀ ਚੀਜ਼ ਆਪਾਂ ਕੁਛ ਇਹੋ ਜਿਹੀ ਕਰਨ ਜਾ ਰਹੇ ਆ, ਮਤਲਬ ਵੀ ਯੁੱਧ ਤੇ ਜਾ ਰਹੇ ਆ। ਤੇ ਉਹ ਕਹਿ ਰਹੇ ਨੇ ਵੀ ਮੂਹਰੇ ਨੱਚਦੇ ਗਾਉਂਦੇ ਜਾਓ ਤੇ ਬੈਂਡ ਬਾਜਾ ਵਜਾਉਂਦੇ ਜਾਓ। ਵੀ ਉਹਨਾਂ ਨੇ ਸੋਚਿਆ ਹੋਣਾ ਵੀ ਦੁਸ਼ਮਣ ਹੱਸਣਗੇ ਸਾਡੇ ਉੱਤੇ। ਪਰ ਜਿਹੜਾ ਯਹੋਸ਼ਾਫਾਤ ਸੀਗਾ ਉਹਨੇ ਉਹ ਪਰਮੇਸ਼ਵਰ ਦੀ ਆਵਾਜ਼ ਉਹਨੂੰ ਦੱਸੀ ਗਈ ਵੀ ਪਰਮੇਸ਼ਵਰ ਨੇ ਆਏ ਕਿਹਾ ਆ, ਤੇ ਉਹਨੇ ਭਾਵੇਂ ਇਦਾਂ ਫੀਲ ਹੋਵੇ ਵੀ ਬੇਇੱਜ਼ਤੀ ਹੋ ਰਹੀ ਆ ਜਾਂ ਜੋ ਵੀ ਆ, ਪਰ ਉਹਨੇ ਉਹ ਪਰਮੇਸ਼ਵਰ ਦੀ ਆਵਾਜ਼ ਦਾ ਓਬੀਡੀਐਂਟ ਬਣਿਆ। ਉਹਨੇ ਓਬੇ ਕੀਤੀ ਜਿਹੜੀ ਪਰਮੇਸ਼ਵਰ ਦੀ ਆਵਾਜ਼, ਜਿਹੜੇ ਪਰਮੇਸ਼ਵਰ ਦੇ ਬੰਦੇ ਥਾਈਂ ਦੀ ਆਈ ਸੀਗੀ ਪਰਮੇਸ਼ਵਰ ਦੀ ਆਵਾਜ਼, ਉਹਨੂੰ ਓਬੇ ਕੀਤਾ ਤੇ ਉਹ ਯੁੱਧ ਜਿਹੜਾ ਹੈਗਾ ਆ ਉਹ ਜਿੱਤੇ। ਆਮੇਨ, ਹਾਲੇਲੂਇਆ। ਕਈ ਵਾਰੀ ਆਪਾਂ ਨੂੰ ਇਹੋ ਜਿਹੀਆਂ ਚੀਜ਼ਾਂ ਥਾਈਂ ਦੀ ਹੋ ਕੇ ਨਿਕਲਣਾ ਪੈਣਾ ਆ ਜਿਹੜੀਆਂ ਆਪਾਂ ਨੂੰ ਇਦਾਂ ਲੱਗਣ ਕਿ ਨਹੀਂ ਇਹ ਮੈਨੂੰ ਨਹੀਂ ਠੀਕ ਲੱਗਦੀ, ਮੈਨੂੰ ਨਹੀਂ ਪਤਾ ਲੱਗਦਾ, ਤੁਹਾਨੂੰ ਸਮਝ ਹੀ ਨਾ ਆਵੇ ਵੀ ਹੋ ਕੀ ਰਿਹਾ ਆ। ਪਰ ਜਦੋਂ ਪਰਮੇਸ਼ਵਰ ਦੀ ਆਵਾਜ਼ ਆਉਂਦੀ ਆ, ਪਰਮੇਸ਼ਵਰ ਦੇ ਬੰਦੇ ਥਾਈਂ ਦੀ, ਪਰਮੇਸ਼ਵਰ ਤੁਹਾਡੇ ਨਾਲ ਕੋਈ ਗੱਲ ਕਰਦਾ ਆ, ਉਦੋਂ ਆਪਾਂ ਓਬੀਡੀਐਂਟ ਰਹੀਏ ਤੇ ਆਪਾਂ ਉਹ ਕਰੀਏ ਤਾਂ ਪਰਮੇਸ਼ਵਰ ਆਪਾਂ ਨੂੰ ਬਰਕਤ ਦਊਗਾ, ਵਿਕਟੋਰੀਅਸ ਬਣਾਊਗਾ, ਆਪਾਂ ਨੂੰ ਜਿੱਤ ਦਊਗਾ। ਆਪਣੀਆਂ ਬਿਮਾਰੀਆਂ ਆਪਣੀਆਂ ਚੰਗੀਆਂ ਹੋਣਗੀਆਂ, ਆਪਣੇ ਜੋ ਕੁਛ ਤਕਲੀਫਾਂ ਡਿਪਰੈਸ਼ਨ ਦੇ ਵਿੱਚ ਫਸੇ ਹੋਏ ਆ ਉਹਦੇ ਤੇ ਆਪਾਂ ਨੂੰ ਵਿਜੇ ਮਿਲੂਗੀ, ਜਿੱਤ ਮਿਲੂਗੀ ਆਪਾਂ ਨੂੰ, ਜਦੋਂ ਆਪਾਂ ਪਰਮੇਸ਼ਰ ਦੀ ਆਵਾਜ਼ ਸੁਣ ਕੇ ਉਹਦੇ ਪਿੱਛੇ ਪਿੱਛੇ ਚੱਲਾਂਗੇ ਤੇ ਉਹ ਕਰਾਂਗੇ ਜੋ ਆਪਾਂ ਨੂੰ ਪਰਮੇਸ਼ਰ ਕਹਿੰਦਾ ਹੈ। ਆਮੇਨ, ਹਾਲੇਲੂਇਆ।
ਤੇ ਉਹਨਾਂ ਜਿਹੜੇ ਗਾਉਣ ਵਾਲੇ ਸੀਗੇ ਉਹਨਾਂ ਨੇ ਪਰਮੇਸ਼ਵਰ ਦੇ ਜਿਹੜੇ ਸਿੰਗਰ ਸੀਗੇ ਉਹਨਾਂ ਨੇ ਪਰਮੇਸ਼ਵਰ ਦੀ ਆਵਾਜ਼ ਨੂੰ, ਪਰਮੇਸ਼ਵਰ ਦੇ ਬੰਦੇ ਦੀ ਆਵਾਜ਼ ਨੂੰ ਸੁਣਿਆ ਤੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ। ਉਸ ਤੋਂ ਬਾਅਦ ਆਪਾਂ ਦੇਖਦੇ ਹੈਗੇ ਦੂਜੇ ਰਾਜ ਦੇ 5ਵੇਂ ਦਾ 11ਵਾਂ ਕੀ ਕਹਿੰਦਾ ਆ। 11ਵੇਂ ਦੇ ਵਿੱਚ ਲਿਖਿਆ ਹੈਗਾ ਆ, ਨਮਾਨ ਕ੍ਰੋਧਿਤ ਹੁਆ, ਉਹਨੂੰ ਬਹੁਤ ਗੁੱਸਾ ਚੜਿਆ ਵੀ ਇਹਨੇ ਮੈਨੂੰ ਬਸ ਹੁਕਮ ਦੇਤਾ ਜਾ ਕੇ 7 ਵਾਰੀ ਡੁਬਕੀਆਂ ਲਾ यर्दन नदी ਦੇ ਵਿੱਚ। ਉਹ ਕਹਿੰਦਾ नमान क्रोधित हुआ और वहां से चला गया। उसने कहा मैंने समझा था कि कम से कम एलीशा बाहर आएगा, मेरे सामने खड़ा होगा और यहोवा अपने परमेश्वर के नाम कुछ कहेगा। मैं समझा था कि वह मेरे शरीर पर अपना हाथ फेरेगा और मेरा रोग ठीक कर देगा। ਉਹ ਕਹਿੰਦਾ ਆ ਵੀ ਮੈਂ ਤਾਂ ਸੋਚਿਆ ਸੀਗਾ, ਦੇਖੋ ਇੱਥੇ ਜਿਹੜਾ ਪ੍ਰਾਈਡ ਆ ਉਹ ਬਹੁਤ ਕਈ ਵਾਰੀ ਕੰਮ ਖਰਾਬ ਕਰਦਾ ਹੈ। ਉਹ ਕਹਿੰਦਾ ਆ ਵੀ ਮੈਂ ਤਾਂ ਆ ਸੋਚਿਆ ਸੀ, ਮੈਂ ਉਹ ਸੋਚਿਆ ਸੀਗਾ, ਪਰ ਉਹ ਸੋਚਦਾ ਹੋਣਾ ਵੀ ਇਹਨੂੰ ਕੋਈ ਦੱਸੋ ਵੀ ਮੈਂ ਕੌਣ ਆ। ਅਲੀਸ਼ਾ ਨੂੰ ਪਤਾ ਨਹੀਂਗਾ ਮੈਂ ਕੌਣ ਆ, ਤੇ ਉਹ ਸੋਚਦਾ ਹੋਣਾ ਵੀ ਇਹ ਆਪਣੇ ਆਪ ਨੂੰ ਕੀ ਸਮਝਦਾ ਆ, ਇਹ ਕੀ ਸਮਝਦਾ ਹੈ ਆਪਣੇ ਆਪ ਨੂੰ, ਇਹ ਤਾਂ ਕੁਛ ਵੀ ਨਹੀਂਗਾ, ਮੈਂ ਐਡਾ ਵੱਡਾ ਸੈਨਾਪਤੀ, ਐਡੇ ਵੱਡੇ ਰਾਜ ਦਾ ਸੈਨਾਪਤੀ, ਤੇ ਇਹਦੀ ਇੰਨੀ ਵੀ ਇਹਨੂੰ ਨਹੀਂ ਹੋਈ ਵੀ ਉਹ ਕਹਿੰਦਾ ਮੈਂ ਸੋਚਿਆ ਸੀ ਵੀ ਉਹ ਮੇਰੇ ਸਾਹਮਣੇ ਆਊਗਾ ਆਪਣੇ ਪਰਮੇਸ਼ਵਰ ਦੇ ਨਾਂ ਦੇ ਵਿੱਚ ਜਿੱਦਾਂ ਕੁਛ ਬੋਲੂਗਾ ਤੇ ਐਦਾਂ ਮੇਰੇ ਉੱਤੇ ਹੱਥ ਫੇਰੂਗਾ, ਜਿੱਥੇ ਵੀ ਮੇਰੀ ਬਿਮਾਰੀ ਹੈਗੀ ਆ ਤੇ ਮੈਨੂੰ ਠੀਕ ਕਰ ਦੂਗਾ ਹੈ। ਮਤਲਬ ਵੀ ਜਦੋਂ ਮੈਂ ਆਹ ਪੜ੍ਹ ਰਹੀ ਸੀਗੀ ਜਾਂ ਮੈਂ ਸੋਚ ਰਹੀ ਸੀਗੀ ਤੇ ਮੇਰੇ ਇੱਕਦਮ ਦਿਮਾਗ ਦੇ ਵਿੱਚ ਆਇਆ, ਮੈਂ ਕਿਹਾ ਉਹ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਉਦੋਂ ਵੀ ਬਥੇਰੀ ਵਾਰੀ ਮੰਮੀ ਆਏ ਹੱਥ ਫੇਰਦੇ ਹੁੰਦੇ ਸੀ ਜਿਹੜਾ ਮੂੰਹ ਤੇ ਠਾ ਦੇਣ ਵੱਜਦਾ ਹੁੰਦਾ ਸੀਗਾ, ਪਰ ਫਿਰ ਵੀ ਸਾਨੂੰ ਅਕਲ ਨਹੀਂ ਸੀ ਆਈ ਕਿਉਂਕਿ ਇੱਕ ਪ੍ਰੋਸੈਸ ਸੀਗਾ, ਇੱਕ ਪ੍ਰੋਸੈਸ ਥਾਈਂ ਦੀ ਗੁਜ਼ਰਨਾ ਪੈਂਦਾ ਆ ਉਸ ਥਾਂ ਤੇ ਪਹੁੰਚਣ ਦੇ ਲਈ ਜਿੱਥੇ ਬਰਕਤਾਂ ਮਿਲਦੀਆਂ ਨੇ। ਮੈਨ ਹਾਲੇਲੂਇਆ। ਆਪਾਂ ਇੱਕ ਹੋਰ ਬਚਨ ਪੜ੍ਹਦੇ ਹੈਗੇ ਆ ਪ੍ਰੋਵਰਬਸ ਦਾ 29 ਦਾ 23 ਦੇ ਵਿੱਚ ਲਿਖਿਆ ਆ, ਪ੍ਰਾਈਡ ਬ੍ਰਿੰਗਸ ਅ ਪਰਸਨ ਲੋ but the lowly in spirit gain honor। हालेलुया। मनुष्य को अहंकार नीचा दिखाता है किंतु वह व्यक्ति जिसका हृदय नम्र होता है आदर पाता है। हालेलुया। ਜਿਹੜੇ ਲੋਕ ਜੋ ਸੋਚਦੇ ਨੇ ਕਿ ਵੀ ਮੈਂ ਤਾਂ ਬਹੁਤ ਕੁਛ ਆ, ਉਹ ਨੀਵਾਂ ਦਿਖਾਏ ਜਾਂਦੇ ਨੇ, ਪਰ ਜਿਹੜੇ ਨੀਵੇਂ ਹੋ ਕੇ ਤੁਰਦੇ ਨੇ ਉਹਨਾਂ ਨੂੰ ਲੋਕ ਵੀ ਆਦਰ ਦਿੰਦੇ ਨੇ, ਪਰਮੇਸ਼ਵਰ ਵੀ ਆਦਰ ਦਿੰਦਾ ਹੈ। ਆਮੇਨ। ਹਾਲੇਲੂਇਆ। ਹਾਲੇਲੂਇਆ। ਉਸ ਤੋਂ ਬਾਅਦ ਨਮਾਨ ਜਦੋਂ ਕਹਿੰਦਾ ਆ ਕਿ ਮੈਂ ਸੋਚਿਆ ਸੀ, ਕਈ ਵਾਰੀ ਜਿਹੜੇ ਆਹ ਅੱਖਰ ਨੇ ਨਾ, ਮੈਂ ਸੋਚਿਆ ਸੀ, ਆਪਾਂ ਆਪਣੇ ਸੋਚੇ ਦੇ ਹਿਸਾਬ ਨਾਲ ਨਾ ਚੱਲੀਏ, ਆਪਾਂ ਇਹ ਜਾਣ ਲਈਏ ਕਿ ਪਰਮੇਸ਼ਵਰ ਆ, ਪਰਮੇਸ਼ਵਰ ਨੂੰ ਉਹਦੇ ਹਿਸਾਬ ਨਾਲ ਕੰਮ ਕਰਨ ਦਈਏ। ਆਪਣਾ ਜਿਹੜਾ ਸੋਚਣਾ ਆ ਉਹਨੂੰ ਆਪਾਂ ਥੋੜਾ ਜਿਹਾ ਪਿੱਛੇ ਰੱਖੀਏ ਤੇ ਆਪਣੀ ਸੋਚਣੀ ਵੀ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਦਈਏ ਕਿ ਪਰਮੇਸ਼ਵਰ ਜੋ ਤੂੰ ਕਹੇਗਾ ਉਦਾਂ ਹੀ ਆਪਾਂ ਕਰਦੇ ਆ। ਕਈ ਵਾਰੀ ਆਪਾਂ ਪਰਮੇਸ਼ਵਰ ਨੂੰ ਜਿੱਦਾਂ ਕਹਿ ਦੋ ਵੀ ਮਸ਼ਵਰੇ ਦੇਣ ਦੀ ਕੋਸ਼ਿਸ਼ ਕਰਦੇ ਆ, ਪਰਮੇਸ਼ਵਰ ਨੂੰ ਸ਼ਾਰਟਕਟ ਆਪਾਂ ਸਿਖਾਉਣ ਦੀ ਕੋਸ਼ਿਸ਼ ਕਰਦੇ ਆ। ਪਰਮੇਸ਼ਵਰ ਜੇ ਤੂੰ ਇਦਾਂ ਕਰੇ ਤਾਂ ਸ਼ਾਇਦ ਬੈਟਰ ਹੋਵੇ, ਹੈ ਜੇ ਤੂੰ ਇਦਾਂ ਕਰੇ ਤਾਂ ਸ਼ਾਇਦ ਗੱਲ ਛੇਤੀ ਹੋ ਜਾਵੇ ਜਾਂ ਛੇਤੀ ਕੰਮ ਖਤਮ ਹੋ ਜਾਵੇ। ਪਰ ਕਈ ਵਾਰੀ ਪਰਮੇਸ਼ਵਰ ਨੇ ਜਿਹੜੇ ਉਹ ਸਟੈਪ ਬਾਏ ਸਟੈਪ ਕੰਮ ਕਰਨਾ ਚਾਹੁੰਦੇ ਨੇ, ਉਹ ਕਦਮ ਜਿਹੜਾ ਪ੍ਰੋਸੈਸ ਆ ਉਹ ਹੌਲੀ ਕਰਕੇ ਪੂਰਾ ਹੁੰਦਾ। ਇਦਾਂ ਨਹੀਂ, ਹਾਂ ਕਈ ਵਾਰੀ ਇੱਕਦਮ ਮਿਰੇਕਲਸ ਹੀਲਿੰਗ ਵੀ ਹੋ ਸਕਦੀ ਆ ਕਿ 1 ਮਿੰਟ ਦੇ ਵਿੱਚ ਚਮਤਕਾਰ ਹੋ ਜਾਵੇ ਤੇ ਹੀਲਿੰਗ ਹੋਗੀ, ਹੈ ਨਾ। ਪਰ ਕਈ ਜਿਹੜੀਆਂ ਹੀਲਿੰਗਸ ਨੇ ਉਹ ਜਿੱਦਾਂ ਆਪਣੇ ਅੱਜ ਦਾ ਵਚਨ ਆ ਆਪਣਾ ਹੈਗਾ ਇਨਸਾਈਡ ਆਊਟ, ਉਹ ਜਿਹੜੀਆਂ ਕਈ ਹੀਲਿੰਗਸ ਨੇ ਉਹ ਅੰਦਰੋਂ ਚੰਗੀਆਂ ਹੋਣੀਆਂ ਸ਼ੁਰੂ ਹੁੰਦੀਆਂ ਨੇ। ਅੰਦਰੋਂ ਹੌਲੀ ਪਰਮੇਸ਼ਵਰ ਸ਼ਿਫਾ ਦਿੰਦਾ ਹੋਇਆ ਆਪਣੀ ਰੂਹ, ਆਪਣੀ ਸੋਲ ਨੂੰ ਸ਼ਿਫਾ ਦਿੰਦਾ ਹੋਇਆ ਬਾਹਰ ਆਪਣੇ ਸਰੀਰ ਤੱਕ ਆਪਣੀ ਸ਼ਿਫਾ ਜਿਹੜੀ ਹੈਗੀ ਆ ਉਹ ਪਹੁੰਚਦੀ ਆ। ਪਹਿਲਾਂ ਪਰਮੇਸ਼ਵਰ ਆਪਣੀਆਂ ਕਮਜ਼ੋਰੀਆਂ ਤੇ ਕੰਮ ਕਰਨਾ ਸ਼ੁਰੂ ਕਰਦਾ ਆ। ਜਦੋਂ ਹੌਲੀ ਪਰਮੇਸ਼ਵਰ ਆਪਣੀਆਂ ਕਮਜ਼ੋਰੀਆਂ ਨੇ ਜਿਹੜੀਆਂ ਉਹਨਾਂ ਤੋਂ ਆਪਾਂ ਨੂੰ ਦੂਰ ਕੱਢਦਾ ਆ, ਉਹਨਾਂ ਨੂੰ ਪਾਸੇ ਕਰਦਾ ਆ, ਆਪਣੀ ਮੈਂ ਨੂੰ ਪਾਸੇ ਕਰਦਾ ਆ, ਇਹੋ ਜਿਹੀਆਂ ਚੀਜ਼ਾਂ ਜਿਹਦੇ ਵਿੱਚ ਆਪਾਂ ਫਸੇ ਹੋਏ ਆ ਉਹਨਾਂ ਨੂੰ ਪਾਸੇ, ਫਿਰ ਹੌਲੀ ਕਰਕੇ ਆਪਣੇ ਸਰੀਰ ਨੂੰ ਵੀ ਚੰਗਿਆਈ ਮਿਲਦੀ ਹੈ। ਆਮੇਨ। ਹਾਲੇਲੂਇਆ। ਸਟੈਪ ਬਾਏ ਸਟੈਪ ਪਰਮੇਸ਼ਵਰ ਆਪਣਾ ਕੰਮ ਕਰਦੇ ਆ। ਆਪਾਂ ਨੂੰ ਹੀਲਿੰਗ ਚਾਹੀਦੀ
ਆ, ਪਰ ਪਰਮੇਸ਼ਵਰ ਕਹਿੰਦਾ ਆ ਕਿ ਤੁਸੀਂ ਦੂਜਿਆਂ ਨੂੰ ਮਾਫ ਕਰੋ ਤਾਂ ਤੁਹਾਨੂੰ ਹੀਲਿੰਗ ਮਿਲੂਗੀ। ਆਪਾਂ ਨੂੰ ਹੀਲਿੰਗ ਚਾਹੀਦੀ ਹੈ, ਪਰਮੇਸ਼ਰ ਕਹਿੰਦਾ ਆਪਣੇ ਆਪ ਨੂੰ ਨੀਵਾਂ ਕਰੋ ਤਾਂ ਤੁਹਾਨੂੰ ਹੀਲਿੰਗ ਮਿਲੂਗੀ। ਆਪਾਂ ਨੂੰ ਹੀਲਿੰਗ ਚਾਹੀਦੀ ਹੈ, ਪਰਮੇਸ਼ਰ ਕਹਿੰਦਾ ਆ ਨਾ ਮਾਫੀ ਨੂੰ ਆਪਣੇ ਵਿੱਚੋਂ ਕੱਢੋ, ਨਾ ਮਾਫੀ ਨੂੰ ਆਪਣੇ ਵਿੱਚੋਂ ਦੂਰ ਕਰੋ ਤਾਂ ਤੁਹਾਨੂੰ ਹੀਲਿੰਗ ਮਿਲੂਗੀ। ਆਪਾਂ ਨੂੰ ਹੀਲਿੰਗ ਚਾਹੀਦੀ ਆ, ਪਰਮੇਸ਼ਰ ਕਹਿੰਦਾ ਆ ਗੁੱਸੇ ਨੂੰ, ਐਂਗਰ, ਹੇਟ, ਜੈਲਸੀ, ਇਹਨਾਂ ਚੀਜ਼ਾਂ ਨੂੰ ਆਪਣੇ ਵਿੱਚੋਂ ਕੱਢੋ ਤਾਂ ਤੁਹਾਨੂੰ ਹੀਲਿੰਗ ਮਿਲੂਗੀ। ਪਰਮੇਸ਼ਰ ਤੋਂ ਆਪਾਂ ਨੂੰ ਹੀਲਿੰਗ ਚਾਹੀਦੀ ਹੈ। ਪਰਮੇਸ਼ਰ ਕਹਿੰਦਾ ਆ ਕਿ ਆਪਣੀ ਗਿਵਿੰਗ ਦੇ ਵਿੱਚ ਫੇਥਫੁਲ ਰਹੋ, ਆਪਣੇ ਚੰਦੇ ਦੇ ਵਿੱਚ ਫੇਥਫੁਲ ਰਹੋ ਤਾਂ ਤੁਹਾਨੂੰ ਹੀਲਿੰਗ ਮਿਲੂਗੀ। ਆਪਾਂ ਨੂੰ ਹੀਲਿੰਗ ਚਾਹੀਦੀ ਹੈ। ਪਰਮੇਸ਼ਰ ਆਪਾਂ ਨੂੰ ਕਹਿੰਦਾ ਆ ਕਿ ਮੇਰੇ ਲਈ ਸਮੇਂ ਕੱਢੋ, ਮੇਰੀ ਹਜ਼ੂਰੀ ਦੇ ਵਿੱਚ ਬੈਠੋ ਤਾਂ ਤੁਹਾਨੂੰ ਹੀਲਿੰਗ ਮਿਲੂਗੀ। ਆਮੇਨ। ਆਪਾਂ ਸਿਰਫ ਸ਼ਾਰਟਕਟ ਲੱਭ ਰਹੇ ਹਾਂ, ਆਪਾਂ ਸਿਰਫ ਹੀਲਿੰਗ ਭਾਲ ਰਹੇ ਹਾਂ, ਪਰ ਉਹ ਜਿਹੜਾ ਸਾਰਾ ਕੁਝ ਪਰਮੇਸ਼ਰ ਆਪਾਂ ਤੋਂ ਚਾਹੁੰਦਾ ਆ, ਪਰਮੇਸ਼ਰ ਕਹਿੰਦਾ ਆ ਤੁਸੀਂ ਆਹ ਸਭ ਕੁਝ ਕਰੋ ਤਾਂ ਤੁਹਾਨੂੰ ਹੀਲਿੰਗ ਮਿਲੂਗੀ। ਨਮਾਨ ਜਿਹੜਾ ਹੈਗਾ ਆ ਉਹ ਸ਼ਾਰਟਕਟ ਦੀ, ਉਹ ਸੋਚਦਾ ਸੀ, ਉਹ ਕੁੜੀ ਨੇ ਦੱਸਿਆ ਹੈ ਵੀ ਉੱਥੇ ਇੱਕ ਨਬੀ ਹੈਗਾ ਆ, ਉਹਦੇ ਕੋਲੇ ਜਾਓ, ਉਹ ਤੈਨੂੰ ਚੰਗਾ ਕਰ ਦੂ। ਕਹਿੰਦਾ ਮੈਂ ਸੋਚਿਆ ਵੀ ਮੈਂ ਆਉਂਗਾ ਤੇ ਉਹ ਮੈਨੂੰ ਆਪਣੇ ਪਰਮੇਸ਼ਰ ਦੇ ਨਾਂ ਦੇ ਵਿੱਚ ਕੁਝ ਬੋਲੂਗਾ, ਮੇਰੇ ਉੱਤੇ ਹੱਥ ਆਏ ਫੇਰੂਗਾ, ਲਓ ਜੀ ਮੈਜੀਕਲ ਚੰਗਾ ਹੋ ਗਿਆ। ਕਈ ਵਾਰੀ ਮੈਜੀਕਲ ਕੰਮ ਨਹੀਂ ਚੱਲਦਾ, ਕਈ ਵਾਰੀ ਪਰਮੇਸ਼ਰ ਪ੍ਰੋਸੈਸ ਦੇ ਵਿੱਚ ਕੰਮ ਕਰਦਾ ਆ। ਤੁਸੀਂ ਆਪਣੇ ਅੰਦਰ ਝਾਤੀ ਮਾਰੋ ਇਸ ਵੇਲੇ। ਹਾਂ, ਆਪਾਂ ਨੂੰ ਇਸ ਵੇਲੇ ਸਰੀਰਕ ਤੰਦਰੁਸਤੀ ਚਾਹੀਦੀ ਆ, ਬਿਲਕੁਲ ਚਾਹੀਦੀ ਆ। ਆਪਾਂ ਆਪਣੇ ਅੰਦਰ ਝਾਤੀ ਮਾਰੀਏ ਕਿ ਆਪਣੇ ਅੰਦਰ ਇਹੋ ਜਿਹੀਆਂ ਚੀਜ਼ਾਂ ਨੇ ਕਿ ਆਪਾਂ ਗੁੱਸੇ ਦੇ ਸ਼ਿਕਾਰ ਹੋਏ ਆ, ਕੱਢੀਏ ਗੁੱਸੇ ਨੂੰ। ਆਪਾਂ ਦੂਜਿਆਂ ਨੂੰ ਜਿੱਦਾਂ ਕਹਿ ਲਓ ਵੀ ਜਦੋਂ ਕੋਈ ਗੱਲ ਕਰਦਾ ਆ ਆਪਾਂ ਭੱਜ ਕੇ ਪੈਂਦੇ ਆ, ਆਪਾਂ ਕੱਢੀਏ ਇਸ ਚੀਜ਼ ਨੂੰ। ਆਪਣੇ ਸਾਰਿਆਂ ਦੇ ਵਿੱਚ ਕਮਜ਼ੋਰੀਆਂ ਨੇ, ਆਪਣੇ ਸਾਰਿਆਂ ਦੇ ਵਿੱਚ ਕਮਜ਼ੋਰੀਆਂ ਨੇ, ਪਰ ਆਪਾਂ ਆਪਣੀਆਂ ਉਹਨਾਂ ਕਮਜ਼ੋਰੀਆਂ ਤੇ ਕੰਮ ਕਰੀਏ ਤਾਂ ਕਰਕੇ ਪਰਮੇਸ਼ਰ ਆਪਾਂ ਨੂੰ ਬਾਹਰਲੀ ਜਿਹੜੀ ਆਪਣੀ ਸਰੀਰਕ ਤੰਦਰੁਸਤੀ ਆ ਉਹ ਪੂਰੀ ਤਰ੍ਹਾਂ ਦੇ ਨਾਲ ਦੇਵੇ। ਆਮੇਨ। ਇਨਸਾਈਡ ਆਊਟ ਪਰਮੇਸ਼ਰ ਅੰਦਰ ਆਪਣੇ ਸਫਾਈ ਕਰਦਾ ਆ ਪਹਿਲਾਂ, ਫਿਰ ਉਹ ਹੌਲੀ ਹੌਲੀ ਸਫਾਈ ਆ ਜਿਹੜੀ ਆਪਣੇ ਸਰੀਰ ਤੇ ਵੀ ਨਜ਼ਰ ਆਉਣ ਲੱਗ ਜਾਂਦੀ ਆ। ਆਪਾਂ ਨੂੰ ਜੈਲਸੀ ਆ ਕਿਸੇ ਚੀਜ਼ ਦੀ ਜਾਂ ਕਿਸੇ ਬੰਦੇ ਤੋਂ, ਆਪਾਂ ਉਹਨੂੰ ਕੱਢੀਏ, ਮਾਫ ਕਰੀਏ ਜੇ ਆਪਾਂ ਕਿਸੇ ਨੂੰ ਮਾਫ ਨਹੀਂ ਕੀਤਾ। ਅਨਫੋਰਗਿਵਨੈਸ ਆ ਜਿਹੜੀ ਉਹ ਬਹੁਤ ਬਿਮਾਰੀਆਂ ਲੈ ਕੇ ਆਉਂਦੀ ਆ। ਮੈਂ ਆ ਜਿਹੜੀ ਉਹ ਬਹੁਤ ਲੋਕਾਂ ਨੂੰ ਜਕੜ ਲੈਂਦੀ ਆ, ਉਹਨਾਂ ਦੀਆਂ ਬਰਕਤਾਂ ਰੋਕ ਲੈਂਦੀ ਆ। ਜਿਹੜੀ ਮੈਂ ਆ ਹੰਬਲ ਹੋਈਏ ਪਰਮੇਸ਼ਰ ਦੇ ਅੱਗੇ ਤਾਂ ਕਰਕੇ ਪਰਮੇਸ਼ਰ ਆਪਾਂ ਨੂੰ ਭਰਪੂਰੀ ਦੇ ਵਿੱਚ ਇਨਸਾਈਡ ਆਊਟ ਸ਼ਿਫਾ ਦੇਵੇ, ਇਨਸਾਈਡ ਆਊਟ ਆਪਾਂ ਨੂੰ ਚੰਗਾ ਕਰੇ। ਹਾਲੇਲੂਇਆ। ਨਮਾਨ ਵਾਂਗੂ ਆਪਾਂ ਸ਼ਾਰਟਕਟ ਨਾ ਲੱਭੀਏ, ਹੈ ਨਾ। ਤੇ ਉਸ ਤੋਂ ਬਾਅਦ 11 ਦੇ ਵਿੱਚ ਜਿੱਦਾਂ ਉਹਦੇ ਵਿੱਚ ਲਿਖਿਆ ਹੋਇਆ ਆ, ਅਗਲੀ ਦੇ ਵਿੱਚ ਆਪਾਂ ਪੜ੍ਹਦੇ ਹੈਗੇ ਆ, ਨਮਾਨ ਕ੍ਰੋਧਿਤ ਹੁਆ ਔਰ ਵਹਾਂ ਸੇ ਚਲਾ ਗਿਆ। ਉਹਨੂੰ ਇੰਨਾ ਗੁੱਸਾ ਚੜਿਆ ਵੀ ਇਹ ਬੰਦਾ ਮੇਰੇ ਕੋਲੇ ਆਇਆ ਵੀ ਨਹੀਂ ਤੇ ਕਿਸੇ ਨੂੰ ਭੇਜਤਾ ਉੱਤੋਂ ਦੀ। ਮੈਂ ਸੋਚਿਆ ਸੀ ਬਸ ਮੈਨੂੰ ਕਹਿੰਦਾ ਹੈ ਜਰਦਨ ਨਦੀ ਦੇ ਵਿੱਚ ਜਾ ਕੇ ਤੂੰ ਡੁਬਕੀਆਂ ਮਾਰ, ਉਹ ਇੰਨੀ ਗੰਦੀ ਨਦੀ। ਉਹ ਕਹਿੰਦਾ ਮੈਂ ਸੋਚਿਆ ਸੀ ਵੀ ਉਹ ਮੈਨੂੰ ਬਸ ਇਦਾਂ ਹੱਥ ਕਰੂਗਾ ਤੇ ਮੈਨੂੰ ਠੀਕ ਕਰ ਦੂਗਾ, ਹੈ ਨਾ। ਉਸ ਤੋਂ ਬਾਅਦ ਆਪਾਂ ਅੱਗੇ ਦੇਖਦੇ ਹਾਂ। ਇੱਕ ਚੀਜ਼ ਆਪਾਂ ਯਾਦ ਰੱਖੀਏ ਇੱਥੇ ਕੀ ਹੋ ਰਿਹਾ ਆ, ਹੈ ਨਾ। ਇੱਥੇ God wasn't trying to heal his body. God was trying to go through a faith process. ਪਰਮੇਸ਼ਵਰ ਜਿਹੜਾ ਆ ਉਹ ਸਿੱਧਾ ਹੀ ਉਹਦੇ ਸਰੀਰ ਨੂੰ ਨਹੀਂ ਠੀਕ ਕਰਨ ਜਾ ਰਿਹਾ ਸੀਗਾ। ਪਰਮੇਸ਼ਵਰ ਚਾਹੁੰਦਾ ਸੀਗਾ ਕਿ ਨਮਾਨ ਆ ਜਿਹੜਾ ਉਹ ਇੱਕ ਪ੍ਰੋਸੈਸ ਥਾਈ ਦੀ ਗੁਜ਼ਰੇ, ਜਿਹੜਾ ਕਿ ਨੇਚਰ ਦਾ ਪ੍ਰੋਸੈਸ ਆ, ਜਿਹੜਾ ਕਿ ਫੇਥ ਦਾ ਪ੍ਰੋਸੈਸ ਆ। ਪਰਮੇਸ਼ਵਰ ਉਹਦੀ ਨੇਚਰ ਨੂੰ ਤਕੜੀ ਕਰਨੀ ਚਾਹ ਰਿਹਾ ਸੀਗਾ। ਪਰਮੇਸ਼ਵਰ ਆਪਣੀ ਨੇਚਰ ਨੂੰ ਤਕੜੀ ਕਰਨੀ ਚਾਹੁੰਦਾ ਆ ਕਈ ਵਾਰੀ, ਪਰ ਆਪਾਂ ਛੇਤੀ ਦਾ ਸ਼ਾਰਟਕਟ ਲੱਭਦੇ ਆ। ਆਪਣੀ ਨੇਚਰ ਕਮਜ਼ੋਰ ਹੁੰਦੀ ਆ, ਪਰ ਆਪਾਂ ਚਾਹੁੰਦੇ ਆ ਪਰਮੇਸ਼ਵਰ ਉਹ ਵੱਡੇ ਕੰਮ ਕਰੇ ਸਾਡੇ ਥਾਈਂ ਦੀ, ਪਰ ਆਪਣੀ ਨੇਚਰ ਨਹੀਂ ਦਿਸਦੀ ਹੁੰਦੀ। ਪਰਮੇਸ਼ਵਰ ਚਾਹੁੰਦਾ ਆ ਦੇਖਣਾ ਆਪਣੀ ਨੇਚਰ, ਆਪਣੀ ਫੇਥ, ਤਾਂ ਕਰਕੇ ਆਪਾਂ ਉਸ ਸਟੇਜ ਤੇ ਪਹੁੰਚੀਏ ਜਿੱਥੇ ਪਰਮੇਸ਼ਵਰ ਆਪਾਂ ਨੂੰ ਉਹ ਤੰਦਰੁਸਤੀ, ਉਹ ਸ਼ਿਫਾ, ਉਹ ਬਰਕਤਾਂ ਦੇਵੇ ਜਿਹਦੇ ਲਈ ਆਪਾਂ ਪਰਮੇਸ਼ਵਰ ਦੇ ਅੱਗੇ ਦੁਆਵਾਂ ਕਰ ਰਹੇ ਹਾਂ। ਆਮੇਨ, ਹਾਲੇਲੂਇਆ। ਤੇ ਉਹ ਕਹਿੰਦਾ ਆ 12ਵੀਂ ਦੇ ਵਿੱਚ ਉਹ ਕਹਿੰਦਾ ਹੈ ਅਬਾਨਾ ਔਰ ਫਰਪਾਰ की नदियाँ जर्दन नदी से अच्छी हैं। वो कहता ਜਿਹੜਾ ਅਬਾਨਾ ਤੇ ਫਰਪਾਰ ਦੀਆਂ ਨਦੀਆਂ ਨੇ, ਸਾਡੇ ਪਿੰਡ ਦੀਆਂ ਨਦੀਆਂ ਨੇ, ਸਾਡੇ ਸ਼ਹਿਰ ਦੀਆਂ, ਸਾਡੇ ਰਾਜ ਦੀਆਂ ਨਦੀਆਂ ਨੇ ਜਿਹੜੀਆਂ, ਉਹ ਇੰਨੀਆਂ ਸਾਫ਼ ਨੇ। ਜੇ ਆਏ ਹੋਏ ਹੁੰਦਾ ਤੇ ਮੈਨੂੰ ਦੱਸ ਦਿੰਦਾ ਵੀ ਡੁਬਕੀ ਹੋਈ ਮਾਰਨੀ ਹੈ ਤੇ ਮੈਂ ਉੱਥੇ ਡੁਬਕੀ ਮਾਰਦਾ ਜਾ ਕੇ। ਮੈਂ ਇੱਥੇ
ਇਹ ਯਰਦਨ ਨਦੀ ਦੇ ਵਿੱਚ ਜਾ ਕੇ ਡੁਬਕੀਆਂ ਮਾਰਾ। ਪਹਿਲੀ ਗੱਲ ਇੰਨੀ ਗੰਦੀ ਨਦੀ, ਮਤਲਬ ਉਹ ਗੁੱਸੇ ਦੇ ਨਾਲ ਉਹ ਆ ਸਾਰਾ ਕੁਝ ਬੋਲਣ ਲੱਗ ਗਿਆ ਹੈ ਨਾ। ਤੇ ਉਸ ਤੋਂ ਬਾਅਦ ਉਹ ਕਹਿੰਦਾ ਆ ਵੀ ਉਹ ਗੁੱਸੇ ਹੋ ਕੇ ਵਾਪਸ ਚਲਿਆ ਗਿਆ। ਤੇ ਹੁਣ ਜਦੋਂ ਉਹ ਵਾਪਸ ਜਾ ਰਿਹਾ ਆ, ਉਦੋਂ ਉਹਦੇ ਦਿਲ ਦੇ ਵਿੱਚ ਕੀ ਆ ਰਿਹਾ ਹੋਣਾ? ਉਹ ਸੋਚਦਾ ਹੋਊਗਾ ਕਿ ਨਮਾਨ ਜਿਹੜਾ ਸੋਚਦਾ ਹੋਊਗਾ ਕਿ ਜਿਹੜੇ ਮੇਰੇ ਨੌਕਰ ਚਾਕਰ ਨੇ, ਜਿਹੜੀ ਉਹ ਪੂਰੇ ਲੋਕ ਉਹਦੇ ਨਾਲ ਆਏ ਹੋਏ ਨੇ ਨਾ, ਮਤਲਬ ਵੀ ਇਹ ਤਾਂ ਯੋਧਾ ਆ, ਐਡਾ ਵੱਡਾ ਨਾਮ ਵਾਲਾ ਬੰਦਾ ਆ, ਉਹ ਸਾਰੇ ਲੋਕ ਜਿਹੜੇ ਉਹਦੇ ਨਾਲ ਆਏ ਹੋਏ ਨੇ, ਉਹਦੇ ਸੇਵਕ ਜਿੱਦਾਂ ਕਹਿ ਲਓ, ਉਹ ਸੋਚਦਾ ਹੋਊਗਾ ਜੇ ਮੈਂ ਯਰਦਨ ਨਦੀ ਦੇ ਵਿੱਚ ਡੁੱਬੀ ਮਾਰੂੰਗਾ, ਇੰਨੀ ਗੰਦੀ ਨਦੀ ਦੇ ਵਿੱਚ, ਇਹ ਲੋਕ ਕੀ ਸੋਚਣਗੇ? ਇਹ ਜਿਹੜੇ ਮੇਰੇ ਨਾਲ ਮੇਰੇ ਸੇਵਕ ਨੇ, ਮੇਰੇ ਨਾਲ ਮੇਰੇ ਨੌਕਰ ਚਾਕਰ ਹੀ ਕੀ ਸੋਚਣਗੇ? ਫਿਰ ਉਹ ਸੋਚਦਾ ਹੋਊਗਾ ਜਿਹੜੇ ਤੁਰੇ ਜਾਂਦੇ ਲੋਕ ਮੁਸਾਫਿਰ, ਉਹ ਦੇਖ ਰਹੇ ਹੋਣਗੇ ਵੀ ਮੈਂ ਐਡਾ ਵੱਡਾ ਸਟੇਟਸ ਵਾਲਾ ਬੰਦਾ ਇਸ ਗੰਦੀ ਨਦੀ ਦੇ ਵਿੱਚ ਡੁੱਬੀਆਂ ਮਾਰ ਰਿਹਾ ਹੈ, ਉਹ ਕੀ ਕਹਿਣਗੇ? ਉਹ ਸੋਚਦਾ ਹੋਊਗਾ ਵੀ ਇੰਨੀ ਮੇਰੀ ਬੇਇੱਜ਼ਤੀ ਹੋਊਗੀ ਜਦੋਂ ਮੈਂ ਇਸ ਗੰਦੀ ਨਦੀ ਦੇ ਵਿੱਚ ਡੁੱਬੀਆਂ ਮਾਰੂੰਗਾ। ਕਈ ਵਾਰੀ ਆਪਣਾ ਧਿਆਨ ਜ਼ਿਆਦਾ ਇਸ ਚੀਜ਼ ਵੱਲ ਜਾਂਦਾ ਆ ਕਿ ਲੋਕ ਕੀ ਸੋਚਣਗੇ। ਆਪਾਂ ਇਸ ਚੀਜ਼ ਨੂੰ ਭੁੱਲ ਜਾਂਦੇ ਆ ਕਿ ਪਰਮੇਸ਼ਵਰ ਕੀ ਸੋਚੇਗਾ। ਵੀ ਕਈ ਵਾਰੀ ਆਪਾਂ ਨੂੰ ਬੋਲਡਨੈਸ ਚਾਹੀਦੀ ਆ, ਕਿਤੇ ਜਾ ਕੇ ਆਪਾਂ ਪਰਮੇਸ਼ਵਰ ਦਾ ਵਚਨ ਦੱਸਣਾ ਆ, ਜਿੱਥੇ ਆਪਾਂ ਨੂੰ ਲੱਗੇ ਵੀ ਲੋਕਾਂ ਨੇ ਹੱਸਣਾ ਆ ਸਾਡੇ ਉੱਤੇ, ਆਪਾਂ ਉੱਥੇ ਜਾ ਕੇ ਦੱਸੀਏ ਪਰਮੇਸ਼ਵਰ ਦਾ ਵਚਨ। ਹਾਂ, ਲੋਕ ਹੱਸ ਲੈਣਗੇ ਤੇ ਹੱਸ ਲੈਣਗੇ, ਪਰਮੇਸ਼ਵਰ ਆਪਾਂ ਨੂੰ ਬਰਕਤ ਦੇਵੇਗਾ। ਪਰਮੇਸ਼ਵਰ ਆਪਾਂ ਨੂੰ ਜਦੋਂ ਆਪਾਂ ਉਹਦੇ ਰਾਜ ਦੇ ਵਿੱਚ ਪਹੁੰਚਾਂਗੇ ਇੱਕ ਦਿਨ, ਆਪਾਂ ਨੂੰ ਉਹ ਮੁਕਟ ਦੇਵੇਗਾ ਕਿ ਹਾਂ, ਉਸ ਥਾਂ ਤੇ ਬੰਦਿਆ ਤੂੰ ਜੋ ਕੰਮ ਕੀਤਾ ਉਹ ਸਰਾਹਨਯੋਗ ਆ। ਮੈਨ ਉਹ ਜਿਹੜੀਆਂ ਚੀਜ਼ਾਂ ਆਪਣੀ ਜ਼ਿੰਦਗੀ ਦੇ ਵਿੱਚ ਆਸ-ਪਾਸ ਹੋ ਰਹੀਆਂ ਨੇ, ਆਪਾਂ ਉਹਨਾਂ ਦਾ ਫਿਕਰ ਨਾ ਕਰੀਏ, ਬਲਕਿ ਆਪਾਂ ਆਹ ਫਿਕਰ ਕਰੀਏ ਕਿ ਪਰਮੇਸ਼ਵਰ ਕੀ ਸੋਚਦਾ ਆ। ਜਦੋਂ ਆਪਾਂ ਪਰਮੇਸ਼ਵਰ ਲਈ ਆਪਣਾ ਦਿਲ ਖੋਲਿਆ ਆ, ਉਹ ਆਪਣਾ ਮੁਕਤੀ ਦਾਤਾ ਆ, ਉਹ ਆਪਣਾ ਸਭ ਕੁਝ ਆ, ਉਹ ਆਪਣੇ ਲਈ ਉਹਨੇ ਆਪਣੀ ਜਾਨ ਸਾਡੇ ਲਈ ਦੇ ਦਿੱਤੀ। ਤੇ ਆਪਾਂ ਕਈ ਵਾਰੀ ਇਸ ਫਿਕਰ 'ਚ ਰਹਿੰਦੇ ਆ ਕਿ ਲੋਕ ਹੱਸਣਗੇ, ਲੋਕ ਕੀ ਕਹਿਣਗੇ। ਤੇ ਉਹੀ ਚੀਜ਼ ਜਿਹੜੀ ਹੈਗੀ ਆ ਉਹ ਇਹਨੇ ਨਮਾਨ ਨੇ ਕੀਤੀ। ਤੇ ਉਹ ਨਮਾਨ ਜਿਹੜਾ ਸੀਗਾ ਗੁੱਸੇ ਦੇ ਵਿੱਚ ਉਹ ਚਲਿਆ ਗਿਆ ਉੱਥੋਂ, ਤੇ ਉਹ ਬਹੁਤ ਹੀ ਰੋਂਗ ਮੂਵ ਸੀਗਾ। ਤੇ ਜਦੋਂ ਉਹ ਚਲਿਆ ਗਿਆ ਤੇ ਉਸ ਤੋਂ ਬਾਅਦ ਜਿਹੜੇ ਉਹਦੇ ਸੇਵਕ ਸੀਗੇ ਉਹ ਉਹਦੇ ਪਿੱਛੇ ਗਏ, ਹੈ ਨਾ। ਉਹਦੇ ਸੇਵਕ ਜਿਹੜੇ ਸੀਗੇ ਉਹਦੇ ਪਿੱਛੇ ਗਏ। ਪਰ ਆਪਾਂ ਧੰਨਵਾਦ ਕਰੀਏ, ਆਪਾਂ ਹੱਥ ਚੱਕ ਕੇ ਧੰਨਵਾਦ ਕਰੀਏ ਪਰਮੇਸ਼ਵਰ ਦਾ, ਪਰਮੇਸ਼ਵਰ ਦੇ ਸੇਵਕਾਂ ਦਾ, ਜਿਹੜੇ ਆਪਾਂ ਨੂੰ ਉਹ ਗਲਤ ਪਾਸੇ ਨੂੰ ਜਾਣ ਨੂੰ ਜਾਂ ਆਪਾਂ ਨੂੰ ਪਿੱਛੇ ਮੁੜ ਜਾਣ ਤੋਂ ਰੋਕ ਲੈਂਦੇ ਨੇ। ਕਈ ਵਾਰੀ ਆਪਾਂ ਜਾਂਦੇ ਆ ਪਰਮੇਸ਼ਵਰ ਦੇ ਸੇਵਕ ਕੋਲੇ ਤੇ ਆਪਾਂ ਕਹਿੰਦੇ ਆ ਵੀ ਆਹਾ ਮੁਸੀਬਤ, ਆਹਾ ਪ੍ਰੋਬਲਮ ਹੋ ਗਈ, ਹੁਣ ਮੈਂ ਥੱਕ ਗਿਆ, ਹੁਣ ਮੇਰੇ ਤੋਂ ਨਹੀਂ ਕੁਛ ਹੁੰਦਾ। ਤੇ ਪਰਮੇਸ਼ਵਰ ਦਾ ਬੰਦਾ ਆਪਣੇ ਨਾਲ ਗੱਲ ਕਰਦਾ ਆ, ਪਰਮੇਸ਼ਵਰ ਦਾ ਬੰਦਾ ਆਪਣੇ ਤੇ ਦੁਆ ਕਰਦਾ ਆ, ਪਰਮੇਸ਼ਵਰ ਦਾ ਬੰਦਾ ਆਪਾਂ ਨੂੰ ਕਹਿੰਦਾ ਆ ਵੀ ਨਹੀਂ, ਉਹ ਨਹੀਂ ਠੀਕ, ਮੁਸੀਬਤਾਂ ਸਭ ਤੇ ਆਉਂਦੀਆਂ ਨੇ। ਤੇ ਆਪਾਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਫੇਰ ਆਪਾਂ ਨੂੰ ਤਕੜਾ ਕਰਦਾ ਆ, ਫੇਰ ਆਪਾਂ ਨੂੰ ਦੱਸਦਾ ਆ ਵੀ ਪਰਮੇਸ਼ਵਰ ਦਾ ਵਚਨ ਪੜ੍ਹੀਏ, ਦੁਆ ਦੇ ਵਿੱਚ ਲੱਗੀਏ। ਹਾਂ, ਕਈ ਵਾਰੀ ਆਪਾਂ ਨੂੰ ਫਾਸਟਿੰਗ ਵੀ ਕਰਨੀ ਪਏਗੀ, ਪ੍ਰੇਅਰ ਕਰਨੀ ਪਏਗੀ, ਗੋਡੀਆਂ ਲਾਉਣੀਆਂ ਪੈਣਗੀਆਂ ਪਰਮੇਸ਼ਵਰ ਦੇ ਅੱਗੇ। ਪਰ ਫੇਰ ਆਪਾਂ ਜਦੋਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਫੇਰ ਮੁੜ ਕੇ ਆਉਂਦੇ ਆ ਤਾਂ ਆਪਾਂ ਨੂੰ ਤਾਕਤ ਮਿਲਦੀ ਆ। ਆਪਾਂ ਪਰਮੇਸ਼ਵਰ ਦਾ ਹੀ ਧੰਨਵਾਦ ਕਰਦੇ ਆ ਉਹਨਾਂ ਵਚਨਾਂ ਲਈ ਜਦੋਂ ਪਰਮੇਸ਼ਵਰ ਆਪਾਂ ਨੂੰ ਬੋਲਦਾ ਆ, ਭਾਵੇਂ ਕਿਸੇ ਦੇ ਥਾਈਂ ਬੋਲਦਾ ਆ। ਜਦੋਂ ਆਪਾਂ ਉਹ ਗਲਤ ਸਟੈਪ ਚੱਕਣ ਤੋਂ ਰੁਕ ਜਾਂਦੇ ਆ ਤੇ ਫੇਰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਮੁੜ ਕੇ ਆਉਂਦੇ ਆ। ਹਾਲੇਲੂਇਆ। ਕਿਉਂਕਿ ਆਪਦੇ ਘਰ ਨੂੰ ਫੇਰ ਉਹਨੂੰ ਨਮਾਨ ਨੂੰ ਆਪਣੇ ਘਰ ਨੂੰ ਮੁੜ ਜਾਣਾ, ਬਿਮਾਰੀ ਲੈ ਕੇ ਆਪਣੇ ਘਰ ਨੂੰ ਮੁੜ ਜਾਣਾ ਉਹਨੂੰ ਮਨਜ਼ੂਰ ਹੋ ਗਿਆ, ਪਰ ਉਹਨੂੰ ਹੰਬਲ ਹੋਣਾ ਮਨਜ਼ੂਰ ਨਹੀਂ ਹੋਇਆ। ਵਾਓ, ਦੈਟਸ ਸੋ ਸੈਡ। ਆਪਾਂ ਵੀ ਕਈ ਵਾਰੀ ਐਦਾਂ ਆਪਣੀ ਜੇ ਈਗੋ ਹੋਵੇ ਜਾਂ ਐਦਾਂ ਆਪਣੇ ਵਿੱਚ ਕੋਈ ਇਹੋ ਜਿਹਾ ਪਾਪ ਜਾਂ ਇਹੋ ਜਿਹੀ ਕੋਈ ਗੁੱਸਾ, ਗਿਲਾ, ਜੈਲਸੀ, ਇਹੋ ਜਿਹੀ ਮੈਂ ਆਪਣੇ 'ਚ ਫਸੀ ਹੋਵੇ, ਤੇ ਆਪਾਂ ਕਹਿੰਦੇ ਆ ਉਹਨਾਂ ਦੇ ਮੂਹਰੇ ਮੈਂ ਨਹੀਂ ਜਾ ਕੇ ਗੱਲ ਕਰਨੀ, ਭਾਵੇਂ ਮੈਂ ਜਿੱਦਾਂ ਹੈ ਬਸ ਉਵੇਂ ਠੀਕ ਆ। ਮਤਲਬ ਵੀ ਦੈਟ ਇਜ਼ ਈਗੋ। ਆਪਾਂ ਦੁਆ ਕਰੀਏ ਪਰਮੇਸ਼ਵਰ ਸਾਡੀ ਮਦਦ ਕਰ ਕਿ ਅਸੀਂ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਨਾ ਫਸੀਏ। ਉਹ ਕਮਜ਼ੋਰੀ ਦੇ ਨਾਲ ਅਸੀਂ ਘਰ ਨੂੰ ਨਾ ਮੁੜ ਕੇ ਜਾਈਏ ਜਿਸ ਕਮਜ਼ੋਰੀ ਦੇ ਨਾਲ ਅਸੀਂ ਆਏ ਸੀ, ਬਲਕਿ ਇੱਥੋਂ ਅਸੀਂ ਬਰਕਤ ਲੈ ਕੇ ਜਾਈਏ, ਇੱਥੋਂ ਅਸੀਂ ਸ਼ਿਫਾ ਲੈ ਕੇ ਜਾਈਏ। ਆਮੇਨ, ਹਾਲੇਲੂਇਆ। ਮਾਫੀ ਮੰਗੀਏ ਪਰਮੇਸ਼ਵਰ ਤੋਂ, ਪਰਮੇਸ਼ਵਰ ਮਿਹਰ ਕਰ, ਕਿਰਪਾ ਕਰ, ਮਦਦ ਕਰ ਸਾਡੀ।
ਸਾਡੇ ਦਿਲਾਂ ਨੂੰ ਖੋਲ, ਸਾਡੇ ਦਿਲਾਂ ਨੂੰ ਨਰਮ ਕਰ, ਸਾਡੇ ਦਿਲਾਂ ਨੂੰ ਹੰਬਲ ਕਰ ਪਿਤਾ ਪਰਮੇਸ਼ਵਰ, ਤਾਂ ਕਰਕੇ ਇਹੋ ਜਿਹੀਆਂ ਚੀਜ਼ਾਂ 'ਚ ਨਾ ਅਸੀਂ ਫਸੇ ਰਹਿ ਜਾਈਏ ਤੇ ਸਾਡੀਆਂ ਬਿਮਾਰੀਆਂ 'ਚ ਨਾ ਅਸੀਂ ਫਸੇ ਰਹਿ ਜਾਈਏ, ਦਲਦਲ 'ਚ ਨਾ ਅਸੀਂ ਫਸੇ ਰਹਿ ਜਾਈਏ, ਬਲਕਿ ਅਸੀਂ ਹੰਬਲ ਹੋ ਕੇ ਤੇਰੀ ਹਜ਼ੂਰੀ ਦੇ ਵਿੱਚ ਪਿਤਾ ਪਰਮੇਸ਼ਵਰ ਤੇਰੀ ਆਵਾਜ਼ ਸੁਣ ਕੇ ਅੱਗੇ ਵੱਧ ਸਕੀਏ। ਆਮੇਨ, ਹਾਲੇਲੂਇਆ। ਆਪਾਂ ਅੱਗੇ ਦੇਖਦੇ ਹਾਂ ਆਪਣੀ ਸਟੋਰੀ ਦੇ ਵਿੱਚ 13ਵੀਂ ਵਰਸ ਪੜ੍ਹਦੇ ਹਾਂ। 13ਵੀਂ ਵਰਸ ਦੇ ਵਿੱਚ ਲਿਖਿਆ ਹੈਗਾ ਆ, किंतु नामान के सेवक उसके पास गए और उससे बातें की। उन्होंने कहा, पिता, यदि नबी ने आपको कोई महान काम करने को कहा होता तो क्या आप ना करते? ਜੇ ਤੈਨੂੰ ਕੋਈ ਵੱਡਾ ਕੰਮ ਕਰਨ ਨੂੰ ਕਿਹਾ ਹੁੰਦਾ ਵੀ ਉਹ ਪਤਾ ਨਹੀਂ ਜੋ ਵੀ ਵੱਡਾ ਕੰਮ ਲਾ ਲਓ ਉਹਦੀ हैसियत ਦੇ ਹਿਸਾਬ ਨਾਲ तो तू ना करता है। ਇਹ ਤਾਂ ਤੈਨੂੰ अंत आपको उसकी आज्ञा का पालन करना चाहिए। यदि वह कुछ सरल काम करने को भी कहता है तो उसमें क्या, नहाओ और तुम पवित्र और शुद्ध हो जाओगे। ਵੀ ਇਹਦੇ 'ਚ ਮਤਲਬ ਵੀ ਉਹਦੀ ਈਗੋ ਇੰਨੀ ਜ਼ਿਆਦਾ ਸੀਗੀ, ਉਹਦਾ ਹੰਕਾਰ ਵੀ ਮੈਂ ਕੀ ਚੀਜ਼ ਆ ਉਹ ਬੰਦਾ ਜਾਣਦਾ ਨਹੀਂ, ਮੈਂ ਐਡਾ ਵੱਡਾ ਬੰਦਾ ਆ ਤੇ ਉਹ ਮੈਨੂੰ ਕਹਿ ਰਿਹਾ ਆ ਵੀ ਐਸ ਨਦੀ ਦੇ ਵਿੱਚ ਜਾ ਕੇ ਗੰਦੀ 'ਚ ਇਸ਼ਨਾਨ ਕਰ। ਉਹ ਕਹਿੰਦੇ ਵੀ ਜੇ ਤੈਨੂੰ ਕੋਈ ਮਹਾਨ ਕੰਮ ਕਰਨ ਨੂੰ ਕਿਹਾ ਹੁੰਦਾ ਫਿਰ ਵੀ ਤਾਂ ਤੂੰ ਕਰਦਾ, ਇਹ ਤਾਂ ਮਾਮੂਲੀ ਜਿਹਾ ਕੰਮ ਆ, ਤੈਨੂੰ ਆਪਣੀ ਚਮੜੇ ਦੀ ਰੋਗ ਦੀ ਸ਼ਿਫਾ ਚਾਹੀਦੀ ਆ। ਉਹਨੇ ਸਿਰਫ ਕਿਹਾ ਜਾ ਕੇ ਪਾਣੀ 'ਚ 7 ਡੁਬਕੀਆਂ ਮਾਰ ਤੇ ਡੁਬਕੀਆਂ ਮਾਰ ਤੇ ਤੇਰਾ ਸਰੀਰ ਆ ਜਿਹੜਾ ਉਹ ਚੰਗਾ ਹੋ ਜਾਏਗਾ। ਚਲੋ ਜੀ, ਉਹ ਲੋਕ ਜਿਹੜੇ ਉਹਦੇ ਸਰਵੈਂਟ ਸੀਗੇ ਉਹਨਾਂ ਨੇ ਉਸ ਨੂੰ ਮਨਾ ਲਿਆ। ਭੈਣੋ ਤੇ ਭਰਾਵੋ, ਇਹ ਸਮਝਣਾ ਇੰਨਾ ਜ਼ਰੂਰੀ ਆ ਕਿ ਆਪਣਾ ਪਰਮੇਸ਼ਵਰ ਭੁੱਲ ਭੁਲਈਆ ਦਾ, ਸਖਤ ਔਖੇ ਕੰਮਾਂ ਦਾ ਪਰਮੇਸ਼ਵਰ ਨਹੀਂਗਾ। ਆਪਣਾ ਪਰਮੇਸ਼ਵਰ ਬਹੁਤ ਹੀ ਸਿੰਪਲ ਪਰਮੇਸ਼ਵਰ ਆ। ਹੀ ਇਜ਼ ਨਾਟ ਅ ਕੰਪਲਿਕੇਟਿਡ ਗॉड, ਹੀ ਇਜ਼ ਵੈਰੀ ਸਿੰਪਲ। ਪਰਮੇਸ਼ਵਰ ਕਹਿੰਦਾ ਆ, ਬੀ ਸਟਿਲ ਐਂਡ ਨੋ ਆਈ ਐਮ ਗॉड। ਹਾਲੇਲੂਇਆ। ਆਪਾਂ ਬਸ ਪਰਮੇਸ਼ਵਰ ਤੇ ਅੱਖਾਂ ਲਾਈਏ, ਪਰਮੇਸ਼ਵਰ ਦੇ ਪਿੱਛੇ ਚੱਲੀਏ, ਉਹ ਕਰੀਏ ਜੋ ਪਰਮੇਸ਼ਵਰ ਆਪਾਂ ਨੂੰ ਕਹਿੰਦਾ ਆ ਕਰਨ ਦੇ ਲਈ। ਆਪਣੀ ਸਰੀਰਿਕ ਸ਼ਿਫਾ ਪਾਉਣ ਦੇ ਲਈ ਵੀ ਆਪਾਂ ਨੂੰ ਅੰਦਰੋਂ ਆਪਣੀ ਸਫਾਈ ਜਿਹੜੀ ਆ ਉਹ ਕਰਨੀ ਸ਼ੁਰੂ ਕਰਨੀ ਚਾਹੀਦੀ ਆ, ਛੇਤੀ ਤੋਂ ਛੇਤੀ, ਤਾਂ ਕਰਕੇ ਆਪਾਂ ਪਰਮੇਸ਼ਵਰ ਦੀਆਂ ਬਰਕਤਾਂ ਲੈ ਸਕੀਏ। ਆਮੇਨ। 5ਵੇਂ ਦੇ 14, ਦੂਜੇ ਰਾਜੇ ਦੇ 5ਵੇਂ ਦੇ 14 ਦੇ ਪਹਿਲੇ ਹਿੱਸੇ ਦੇ ਵਿੱਚ ਉਹ ਕਹਿੰਦਾ ਆ, So he went down and dipped himself in the Jordan River. ਉਹ ਗਿਆ, ਬਹੁਤ ਹੀ ਮੁਸ਼ਕਿਲ ਸੀ ਉਹਦੇ ਲਈ ਆਪਣੀ ਮੈਂ ਨੂੰ ਮਾਰ ਕੇ ਪਾਣੀ ਦੇ ਵਿੱਚ ਡੁੱਬੀਆਂ ਲਾਉਣੀਆਂ, ਪਰ ਉਹਨੇ ਆਪਣੀ ਨੇਚਾ ਦਾ ਪਹਿਲਾ ਕਦਮ ਚੱਕਿਆ। ਇੱਥੇ ਆਪਣੀ ਫੇਥ ਦਾ ਉਹਨੇ ਪਹਿਲਾ ਕਦਮ ਚੱਕਿਆ ਵੀ ਚਲੋ ਜਿੱਦਾਂ ਵੀ ਆ ਮੈਂ ਕਰਦਾ ਆ। ਉਹ ਨੇਚਾ ਦਾ ਪਹਿਲਾ ਕਦਮ ਚੱਕ ਕੇ ਉਹ ਗਿਆ ਤੇ ਉਹਨੇ ਪਾਣੀ ਦੇ ਵਿੱਚ 7 ਡੁਬਕੀਆਂ ਜਿਹੜੀਆਂ ਉਹਨੂੰ ਲਾਉਣ ਨੂੰ ਕਿਹਾ ਸੀਗਾ ਉਹ ਉਹਨੇ ਲਾਉਣੀਆਂ ਸ਼ੁਰੂ ਕੀਤੀਆਂ, ਹੈ ਨਾ। And as the man of God had told him, and his flesh was restored and became clean like that of a young boy. Hallelujah. ਜਿੱਦਾਂ ਹੀ ਉਹਨੂੰ ਨਬੀ ਨੇ ਕਿਹਾ ਸੀਗਾ, ਜਦੋਂ ਤੂੰ ਪਾਣੀ 'ਚ ਡੁਬਕੀਆਂ ਲਾਵੇਂਗਾ ਜਿਹੜਾ ਤੇਰਾ ਸਰੀਰ ਆ ਉਹ ਇੱਕ ਛੋਟੇ ਬੱਚੇ ਵਾਂਗੂ ਨਰਮ ਤੇ ਫਰੈਸ਼ ਨਵੀਂ ਚਮੜੀ ਆ ਜਾਏਗੀ, ਹੈ ਨਾ। ਕਈ ਵਾਰੀ ਜਿਹੜੀਆਂ ਉਹਨੇ ਹੁਣ ਜਦੋਂ ਉਹਨੇ ਡੁਬਕੀਆਂ ਪਾਣੀ ਦੇ ਵਿੱਚ ਲਾਉਣੀਆਂ ਸ਼ੁਰੂ ਕੀਤੀਆਂ, ਹਾਂ ਉਹਨੇ ਪਹਿਲੀ ਡੁਬਕੀ ਲਾਈ, ਮੈਂ ਤੁਹਾਨੂੰ ਦੱਸਾਂ ਭੈਣੋ ਭਰਾਵੋ, ਕੁਛ ਵੀ ਨਹੀਂ ਹੋਇਆ। ਪਹਿਲੀ ਡੁਬਕੀ ਦੇ ਨਾਲ ਕੁਛ ਠੀਕ ਨਹੀਂ ਹੋਇਆ। ਜਦੋਂ ਉਹਨੇ ਦੂਸਰੀ ਡੁਬਕੀ ਲਾਈ ਉਹਦਾ ਜਿਹੜਾ ਰੋਗ ਸੀਗਾ ਉਹ ਨਹੀਂ ਚੰਗਾ ਹੋਇਆ। ਤੀਸਰੀ ਡੁਬਕੀ ਉਹਨੇ ਜਦੋਂ ਲਾਈ ਉਹਦੀ ਚਮੜੀ ਦਾ ਕੋਈ ਰੰਗ ਫਰਕ ਨਹੀਂ ਪਿਆ। ਜਿਹੜੀ ਚਿੱਟੀ ਚਮੜੀ ਕੋਡ ਨਾਲ ਹੋਈ ਸੀ ਉਹਦਾ ਕੋਈ ਰੰਗ ਨਹੀਂ ਬਦਲਿਆ, ਕੁਛ ਨਹੀਂ ਹੋਇਆ। ਜਦੋਂ ਹੀ ਉਹਨੇ ਚੌਥੀ ਡੁਬਕੀ ਲਾਈ, ਕੁਛ ਇਹ ਨਹੀਂ ਸੀ ਦਰਸਾਉਂਦਾ ਵੀ ਹਾਂ ਵੀ ਜਿਹੜਾ ਕਦਮ ਉਹਨੇ ਚੱਕਿਆ ਆ ਫਾਈਨਲੀ ਜਰਦਨ ਨਿਵਰ 'ਚ ਜਾਣ ਦਾ ਉਹਦਾ ਕਦਮ ਠੀਕ ਸੀਗਾ, ਕੁਛ ਨਹੀਂ ਸੀ ਦਰਸਾਉਂਦਾ। ਜਦੋਂ ਉਹਨੇ 5ਵੀਂ ਡੁਬਕੀ ਲਾਈ ਕੁਛ ਨਹੀਂ ਹੋਇਆ। ਜਦੋਂ ਉਹਨੇ 6ਵੀਂ ਡੁਬਕੀ ਲਾਈ ਉਹ ਸੋਚ ਰਿਹਾ ਹੋਣਾ ਵੀ ਐਸ ਬੰਦੇ ਨੇ ਮੇਰਾ ਬੇਵਕੂਫ ਬਣਾਉਣ ਲਈ ਮੈਨੂੰ ਐ ਪਾਣੀ ਦੀ ਡੁਬਕੀਆਂ ਲਾਉਣ ਨੂੰ ਕਿਹਾ ਆ, ਹੈ। ਉਦੋਂ ਤੱਕ ਵੀ ਉਹ ਹਜੇ ਆਹੀ ਸੋਚ ਰਿਹਾ ਹੋਣਾ ਵੀ 7 ਡੁਬਕੀਆਂ ਮੈਨੂੰ ਲਾਉਣ ਨੂੰ ਕਿਹਾ ਆ, ਮੈਂ 6 ਤੱਕ ਆਲਰੇਡੀ ਲਾ ਲੀਆਂ ਨੇ, ਕੁਛ ਤਾਂ ਫਰਕ ਪੈਣ ਲੱਗੇ, ਕੁਛ ਤਾਂ ਸ਼ੁਰੂ ਹੋਣ ਲੱਗੇ। ਅੱਜ ਪਰਮੇਸ਼ਵਰ ਜਾਣਨਾ ਚਾਹੁੰਦਾ ਆ ਕਿ ਕੀ ਆਪਾਂ ਇੰਨਾ ਵਿਸ਼ਵਾਸ ਕਰਦੇ ਆ ਪਰਮੇਸ਼ਵਰ ਦੇ ਵਿੱਚ ਕਿ ਆਪਾਂ ਪ੍ਰੋਸੈਸ 'ਚ ਚੱਲ ਰਹੇ ਆ, ਪਰ ਹਜੇ ਆਪਾਂ ਨੂੰ ਉਹ ਦੂਜਾ ਪਾਸਾ ਨਹੀਂ ਦਿਸ ਰਿਹਾ। ਆਪਾਂ ਨੂੰ ਨਹੀਂ ਦਿਸ ਰਿਹਾ ਵੀ ਆਪਾਂ ਜੋ ਕੰਮ ਆਪਾਂ ਪਰਮੇਸ਼ਵਰ ਦੇ ਅੱਗੇ ਦੁਆ ਕੀਤੀ ਆ
ਆਪਣਾ ਪ੍ਰੋਸੈਸ ਚੱਲ ਰਿਹਾ ਆ, ਪਰ ਆਪਾਂ ਫੇਥ ਦੇ ਵਿੱਚ ਲੱਗੇ ਰਹਾਂਗੇ। ਆਪਾਂ ਨੂੰ ਆਏ ਤਾਂ ਨਹੀਂ ਆਪਾਂ ਡੋਲਾਂਗੇ ਇਹਦੇ ਵਾਂਗੂ ਵੀ ਹੁਣ ਮੈਂ 4 5 6 ਤੱਕ ਡੁਬਕੀਆਂ ਲਾ ਲੀਆਂ ਵੀ ਕੋਈ ਫਰਕ ਨਹੀਂ ਪੈਂਦਾ, ਕਿ ਆਪਾਂ ਮੁੜ ਜਾਵਾਂਗੇ ਕਿ ਹਾਂ ਵੀ ਕੋਈ ਫਰਕ ਨਹੀਂ ਪਿਆ। ਕਈ ਲੋਕ ਇਦਾਂ ਕਰਦੇ ਨੇ ਕਿ ਉਹ ਬਹੁਤ ਅੱਗੇ ਤੱਕ ਚਲੇ ਜਾਂਦੇ ਨੇ, ਪਰ ਉਹਨਾਂ ਨੂੰ ਲੱਗਦਾ ਆ ਵੀ ਕੋਈ ਫਰਕ ਤਾਂ ਪੈ ਨਹੀਂ ਰਿਹਾ, ਸਰੀਰ ਮੇਰਾ ਨਹੀਂ ਚੰਗਾ ਹੋ ਰਿਹਾ, ਜਾਂ ਘਰ ਦੀਆਂ ਮੁਸੀਬਤਾਂ ਨਹੀਂ ਠੀਕ ਹੋ ਰਹੀਆਂ, ਪਰਿਵਾਰ 'ਚ ਨਹੀਂ ਕੁਝ ਠੀਕ ਹੋ ਰਿਹਾ, ਕਿਉਂਕਿ ਉਹ ਪੂਰਾ ਪ੍ਰੋਸੈਸ ਨਹੀਂ ਕੰਪਲੀਟ ਕਰਦੇ। ਆਪਾਂ ਕਈ ਵਾਰੀ ਪੂਰੇ ਐਂਡ ਤੱਕ, ਜਿੱਥੇ 7ਵੀਂ ਡੁਬਕੀ ਤੱਕ ਪਰਮੇਸ਼ਵਰ ਚਾਹੁੰਦਾ ਆ, ਆਪਾਂ ਉੱਥੇ ਨਹੀਂ ਪਹੁੰਚਦੇ। ਪਰਮੇਸ਼ਵਰ ਕਹਿੰਦਾ ਆ ਤੁਸੀਂ ਅੰਦਰ ਜਾਓ, ਅੰਦਰ ਤੱਕ ਜਾਓ ਪਰਮੇਸ਼ਵਰ ਦੀ ਹਜ਼ੂਰੀ ਦੇ, ਜੇ ਪੂਰੀ ਤਰ੍ਹਾਂ ਆਪਾਂ ਸ਼ਿਫਾ ਪਾਉਣੀ ਆ। ਉਹ ਚਾਹੁੰਦਾ ਆ ਆਪਣੇ ਪਰਮੇਸ਼ਵਰ ਦੀ ਵਚਨ ਦੀ ਗਹਿਰਾਈ ਦੇ ਪੂਰੇ ਅੰਦਰ ਤੱਕ ਜਾਈਏ। ਸਿਰਫ ਉੱਤੋਂ ਬੁੱਕ ਵਾਂਗੂ ਬਾਈਬਲ, ਬੁੱਕ ਵਾਂਗੂ ਵਚਨ ਨਹੀਂ ਪੜ੍ਹਨਾ, ਬਲਕਿ ਉਹਦੀ ਰੈਵਲੇਸ਼ਨ, ਉਹਦੇ ਅੰਦਰ ਜਾ ਕੇ ਵਚਨ ਪੜ੍ਹੀਏ ਤੇ ਉਹਦੇ ਚੋਂ ਖਜ਼ਾਨਾ ਕੱਢੀਏ ਜੋ ਸਾਨੂੰ ਚੰਗਾ ਕਰੂਗਾ। ਆਮੇਨ, ਹਾਲੇਲੂਇਆ। ਜੋ ਸਾਡੇ ਪਰਿਵਾਰ ਨੂੰ ਬਰਕਤ ਦਊ, ਬੱਚਿਆਂ ਨੂੰ ਬਰਕਤ ਦਊ, ਸਾਡੇ ਅੰਦਰੋਂ ਅਹੰਕਾਰ ਵਰਗੀਆਂ ਚੀਜ਼ਾਂ, ਜੈਲਸੀ, ਗੁੱਸੇ ਵਰਗੀਆਂ ਚੀਜ਼ਾਂ ਨੂੰ ਕੱਢੂਗਾ। ਪਰਮੇਸ਼ਵਰ ਚਾਹੁੰਦਾ ਆ ਕਿ ਉਹਦੇ ਵਿਜ਼ਡਮ, ਉਹਦੀ ਬੁੱਧੀ ਦੇ ਅੰਦਰ ਤੱਕ ਆਪਾਂ ਜਾਈਏ ਤੇ ਉਹਨੂੰ ਜਾਣੀਏ, ਉਹਦੀ ਮਰਜ਼ੀ ਦੇ ਵਿੱਚ ਆਪਾਂ ਉਹਨੂੰ ਲੱਭੀਏ। ਪਰਮੇਸ਼ਵਰ ਚਾਹੁੰਦਾ ਆ ਕਿ ਉਹਦੇ ਵਿੱਚ ਆਪਾਂ ਪੂਰੀ ਤਰ੍ਹਾਂ ਦੇ ਨਾਲ ਭਰੋਸਾ ਕਰੀਏ। ਜਦੋਂ ਹਜੇ ਕੁਛ ਨਜ਼ਰ ਨਹੀਂ ਆ ਰਿਹਾ, ਪਰ ਫਿਰ ਵੀ ਸਾਡਾ ਭਰੋਸਾ ਪਰਮੇਸ਼ਵਰ ਦੇ ਵਿੱਚ ਹੈ ਕਿ ਨਹੀਂ ਹੈ। ਦਿਸ ਇਜ਼ ਨਾਟ ਬਾਈ ਮਾਈਟ ਔਰ ਬਾਈ ਪਾਵਰ, ਬਟ ਇਟਸ ਬਾਈ ਦ ਸਪਿਰਿਟ ਆਫ ਦ ਲੋਰਡ। ਆਮੇਨ, ਹਾਲੇਲੂਇਆ। 7 ਵਾਰੀ 7 ਡੁਬਕੀਆਂ ਲੱਗਣਗੀਆਂ ਹੈ। ਆਪਾਂ ਪਹਿਲੀ, ਦੂਜੀ, ਤੀਜੀ, ਚੌਥੀ, ਪੰਜਵੀਂ ਤੇ ਨਾ ਹਾਰ ਜੀਏ। ਆਪਾਂ ਜਦੋਂ ਤੀਜੀ ਡੁਬਕੀ ਤੱਕ ਪਹੁੰਚੇ, ਆਪਾਂ ਉਦੋਂ ਨਾ ਕਹੀਏ ਵੀ ਕੋਈ ਫਰਕ ਤਾਂ ਪਿਆ ਨਹੀਂਗਾ, ਵੀ ਚਲੋ ਛੱਡੋ ਪਰੇ। ਨਹੀਂ 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 ਨਹੀਂ, ਆਪਣਾ ਆਪਣੇ ਪਰਮੇਸ਼ਵਰ ਦਾ ਜਿਹੜਾ ਪ੍ਰੋਸੈਸ ਆ, ਆਪਾਂ ਉਹਦੇ ਵਿੱਚ ਪੂਰੇ ਖਰੇ ਉਤਰੀਏ, ਤਾਂ ਕਰਕੇ ਪਰਮੇਸ਼ਵਰ ਆਪਾਂ ਨੂੰ ਬਰਕਤ ਦੇਵੇ। ਆਮੇਨ, ਹਾਲੇਲੂਇਆ। ਪਰਮੇਸ਼ਵਰ ਆ ਜਿਹੜਾ, ਉਹ ਰਿਲੇਸ਼ਨਸ਼ਿਪ ਚਾਹੁੰਦਾ ਆ। ਇਹ ਰਿਲੀਜਨ ਨਹੀਂਗਾ ਭੈਣੋ ਭਰਾਵੋ, ਇਹ ਇੱਕ ਜਿੱਦਾਂ ਕਹਿ ਲਓ ਬਸ ਉੱਪਰੋਂ ਇੱਕ ਰਿਲੀਜਨ ਨਹੀਂਗਾ, ਇਹ ਇੱਕ ਰਿਲੇਸ਼ਨਸ਼ਿਪ ਆ, ਇੱਕ ਰਿਸ਼ਤਾ ਆ ਜੋ ਆਪਾਂ ਕਾਇਮ ਕਰਨਾ ਆ, ਆਪਣਾ ਰਿਸ਼ਤਾ ਪਰਮੇਸ਼ਵਰ ਯਿਸੂ ਮਸੀਹ ਜੀ ਦੇ ਨਾਲ। ਹਰ ਡੁਬਕੀ ਜਦੋਂ ਆਪਾਂ ਲਾਉਂਦੇ ਹਾਂ, ਜੇ ਆਪਾਂ ਹਰ ਡੁਬਕੀ ਤੇ ਕਹਾਂਗੇ ਵੀ ਗੱਲ ਨਹੀਂ ਬਣੀ ਮੁੜ ਚੱਲੀਏ, ਹਰ ਡੁਬਕੀ ਤੇ ਕਹਾਂਗੇ ਗੱਲ ਨਹੀਂ ਬਣੀ ਮੁੜ ਚੱਲੀਏ, ਤਾਂ ਆਪਾਂ ਕਦੇ ਵੀ ਉਸ ਥਾਂ ਤੇ ਨਹੀਂ ਪਹੁੰਚ ਸਕਾਂਗੇ ਜਿੱਥੇ ਆਪਾਂ ਨੂੰ ਪੂਰੀ ਤਰ੍ਹਾਂ ਸ਼ਿਫਾ ਮਿਲ ਸਕੇ, ਬਰਕਤ ਮਿਲ ਸਕੇ, ਚੰਗਿਆਈ ਮਿਲ ਸਕੇ, ਫਰੀडम ਮਿਲ ਸਕੇ, ਡਿਪਰੈਸ਼ਨ ਤੋਂ ਆਪਾਂ ਨਿਕਲ ਸਕੀਏ। ਆਪਾਂ ਨੂੰ ਪੂਰੀਆਂ, ਜਿੱਦਾਂ ਕਹਿ ਲਓ 7 ਡੁਬਕੀਆਂ ਨੇ ਜਿਹੜੀਆਂ, ਉਹ ਪੂਰੀਆਂ ਕਰਨੀਆਂ ਪੈਣਗੀਆਂ। ਤੇ ਜਦੋਂ ਨਮਾਨ ਨੇ 7ਵੀਂ ਡੁਬਕੀ ਲਿੱਤੀ ਤੇ ਜਦੋਂ ਉਹ ਗਿਆ ਪਾਣੀ ਦੇ ਅੰਦਰ, ਤੇ ਜਦੋਂ ਪਾਣੀ ਤੋਂ ਬਾਹਰ ਨਿਕਲਿਆ, ਤੇ ਜਿੱਦਾਂ ਹੀ ਪਰਮੇਸ਼ਵਰ ਦੇ ਬੰਦੇ ਨੇ ਜਿੱਦਾਂ ਕਿਹਾ ਸੀਗਾ, ਉਹਦਾ ਜਿਹੜਾ ਸਰੀਰ ਹੈਗਾ ਆ ਉਹ ਪੂਰਾ ਚੰਗਾ ਹੋ ਗਿਆ। ਉਹਦਾ ਸਰੀਰ ਛੋਟੇ ਬੱਚੇ ਵਾਂਗੂ ਉਹਦੀ ਚਮੜੀ ਹੋ ਗਈ ਤੇ ਉਦੋਂ ਉਹ ਪੂਰਾ ਤੰਦਰੁਸਤ ਹੋ ਗਿਆ। ਪਰਮੇਸ਼ਵਰ ਉਹਦੀ ਸਰੀਰ ਦੀ ਜਿਹੜੀ ਸ਼ਿਫਾ ਸੀਗੀ, ਉਹਦੀ ਹੰਬਲਨੈਸ ਦੇ ਵਿੱਚ ਦੀ ਹੋ ਕੇ ਨਿਕਲੀ। ਆਮੇਨ। ਉਹਦੀ ਜਿਹੜੀ ਜਿੱਦਾਂ ਕਹਿ ਲਓ ਵੀ ਉਹਦੀ ਮੈਂ ਮਾਰ ਕੇ ਉਹਨੂੰ ਉਹਦੀ ਤੰਦਰੁਸਤੀ ਮਿਲੀ। ਆਪਾਂ ਨੂੰ ਵੀ ਆਪਣੇ ਉਹ ਚੀਜ਼ਾਂ ਜਿਹੜੀਆਂ ਆਪਾਂ ਨੂੰ ਔਖਾ, ਜਿਹੜਾ ਆਪਾਂ ਨੂੰ ਰੂਹਾਨੀ ਲੈਵਲ ਤੇ ਨਹੀਂ ਪਹੁੰਚਣ ਦੇ ਰਹੀਆਂ, ਉਹ ਚੀਜ਼ਾਂ ਨੂੰ ਮਾਰ ਕੇ ਫਿਰ ਆਪਾਂ ਉਸ ਥਾਂ ਤੇ ਪਹੁੰਚ ਸਕਾਂਗੇ ਜਿਸ ਚੀਜ਼ ਦੀ ਆਪਾਂ ਜ਼ਰੂਰਤ ਆ, ਆਪਾਂ ਨੂੰ ਜਿਸ ਚੀਜ਼ ਤੇ ਆਪਾਂ ਪਹੁੰਚਣਾ ਚਾਹੁੰਦੇ ਆ, ਉਹ ਸ਼ਿਫਾ ਜਿਹੜੀ ਆਪਾਂ ਲੈਣੀ ਚਾਹੁੰਦੇ ਆ। ਕਿ ਪਰਮੇਸ਼ਵਰ ਦਾ ਵਚਨ ਆਪਾਂ ਨੂੰ ਦੱਸਦਾ ਆ ਕਿ ਜੋ ਅੰਦਰਲੀਆਂ ਜਿਹੜੀਆਂ ਪ੍ਰੋਬਲਮਾਂ, ਗੁੱਸਾ, ਗਿਲਾ, ਹੇਟ, ਨਫ਼ਰਤ, ਇਹ ਚੀਜ਼ਾਂ ਦੇ ਨਾਲ ਬਿਮਾਰੀਆਂ ਲੱਗਦੀਆਂ ਨੇ, ਹੱਡੀਆਂ ਨੂੰ ਖਾ ਜਾਂਦੀਆਂ ਨੇ ਇਹ ਚੀਜ਼ਾਂ, ਹੈ ਨਾ। ਸੋ ਇਹ ਜ਼ਰੂਰੀ ਆ ਕਿ ਆਪਾਂ ਪੂਰੀ ਤਰ੍ਹਾਂ ਦੇ ਨਾਲ ਹੰਬਲ ਹੋ ਕੇ ਪਰਮੇਸ਼ਵਰ ਦੇ ਅੱਗੇ ਵਧੀਏ। ਤੇ ਇਹ ਜਦੋਂ 7ਵੀਂ ਜਿਹੜੀ ਡੁਬਕੀ ਸੀਗੀ, ਇਹ ਨੇਚਾ ਦੀ ਡੁਬਕੀ ਸੀਗੀ, ਆਪਾਂ ਨੂੰ ਵੀ ਇਹ 7ਵੀਂ ਡੁਬਕੀ ਤੱਕ ਜਾਣਾ ਪੈਣਾ। ਆਪਾਂ ਵਿੱਚ ਵਿਚਾਲੇ ਨਹੀਂ ਰੁਕ ਸਕਦੇ। ਆਪਾਂ ਅਖੀਰਲੀ ਵਰਸ ਪੜ੍ਹਦੇ ਹਾਂ, 15 ਦੇ ਵਿੱਚ लिखा है, नमान और उसका सारा समूह परमेश्वर के जन अलीशा के पास आया। वह अलीशा के सामने खड़ा हुआ और उससे कहा, देखिए
अब मैं समझता हूं कि इज़राइल के अतिरिक्त पृथ्वी पर कहीं परमेश्वर नहीं है। हालेलुया। साडा परमेश्वर जिਉਂਦਾ ਜਾਗਦਾ परमेश्वर आ ਜਿਹੜਾ ਵੱਡੇ ਵੱਡਿਆਂ ਦੀਆਂ ਗੋਡੀਆਂ ਲਵਾ ਦਿੰਦਾ ਆ। ਆਮੇਨ। ਹਾਲੇਲੂਇਆ। ਉਹ ਕਹਿੰਦਾ ਮੈਂ ਜਾਣ ਗਿਆ ਆ ਕਿ ਐਸ ਇਜ਼ਰਾइल ਦੇ ਪਰਮੇਸ਼ਵਰ ਤੋਂ ਇਲਾਵਾ ਹੋਰ ਕਿਤੇ ਕੋਈ ਪਰਮੇਸ਼ਵਰ ਨਹੀਂਗਾ। ਹਾਲੇਲੂਇਆ। ਉਹ ਪਰਮੇਸ਼ਵਰ ਦੀ ਤੁਸੀਂ ਤੇ ਮੈਂ ਸੇਵਾ ਕਰਦੇ ਆ। ਆਪਾਂ ਨੂੰ ਉਹ ਪਰਮੇਸ਼ਵਰ ਨੇ ਆਪਣੀ ਬੁੱਕਲ ਦੇ ਵਿੱਚ ਲਿੱਤਾ ਹੋਇਆ। ਆਪਾਂ ਨੂੰ ਉਹ ਪਰਮੇਸ਼ਵਰ ਬੋਲਦਾ ਆ। ਆਪਾਂ ਉਹਦੀ ਆਵਾਜ਼ ਸੁਣਦੇ ਆ। ਆਪਾਂ ਉਹਦੇ ਪਿੱਛੇ ਪਿੱਛੇ ਚੱਲਦੇ ਆ। ਆਪਾਂ ਨੂੰ ਉਹ ਆਪਣੀ ਬੁੱਕਲ ਦੇ ਵਿੱਚ ਜੱਫੀ ਦੇ ਵਿੱਚ ਲੈ ਕੇ ਰੱਖਦਾ ਹੈ। ਉਹ ਪਰਮੇਸ਼ਵਰ ਇਜ਼ਰਾइल ਦਾ ਉਹ ਪਰਮੇਸ਼ਵਰ ਆਪਣਾ ਮੇਰਾ ਤੇ ਤੁਹਾਡਾ ਪਰਮੇਸ਼ਵਰ ਆ। ਜਦੋਂ ਆਪਾਂ ਉਹਦੇ ਕੰਮਾਂ ਦੇ ਵਿੱਚ ਲੱਗੀਏ, ਪੂਰੇ ਦਿਲ ਦੇ ਨਾਲ ਲੱਗੀਏ, ਪੂਰੇ ਭਰੋਸੇ ਦੇ ਨਾਲ ਲੱਗੀਏ, ਪੂਰੀ ਬਰਕਤ ਜਿਹੜੀ ਪਰਮੇਸ਼ਵਰ ਨੇ ਆਪਣੇ ਨਾਂ ਲਿਖੀ ਹੋਈ ਆ ਉਹ ਆਪਾਂ ਨੂੰ ਮਿਲੂਗੀ। ਸਰੀਰਕ ਤੰਦਰੁਸਤੀਆਂ ਤੋਂ ਲੈ ਕੇ ਘਰ ਦੀਆਂ ਬਰਕਤਾਂ, ਫਾਈਨੈਂਸ਼ੀਅਲ ਬਰਕਤਾਂ ਤੇ ਬੱਚਿਆਂ ਦੀਆਂ ਬਰਕਤਾਂ, ਹੋਰ ਜੋ ਵੀ ਬਰਕਤਾਂ ਨੇ ਉਹ ਆਪਾਂ ਨੂੰ ਉੱਥੇ ਮਿਲਣਗੀਆਂ। ਆਪਣਾ ਕੰਮ ਕੀ ਆ? ਆਪਾਂ ਆਪਣੀਆਂ ਜਿਹੜੀਆਂ ਕਮਜ਼ੋਰੀਆਂ ਨੇ ਉਹਨਾਂ ਨੂੰ ਪਾਸੇ ਕਰੀਏ। ਪਹਿਲੀ ਗੱਲ ਆਪਾਂ ਜਾਣੀਏ, ਆਪਾਂ ਸੋਚੀਏ, ਇਸ ਵੇਲੇ ਆਪਾਂ ਦਿਮਾਗ ਲਾਈਏ, ਸੋਚੀਏ ਕਿਸ ਚੀਜ਼ ਦੇ ਵਿੱਚ ਫਸੇ ਹੋਏ ਆ, ਕਿਹੜੀ ਗੁੱਸਾ, ਗਿਲਾ, ਜੈਲਸੀ, ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ, ਇਹੋ ਜਿਹੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਆਪਾਂ ਕੱਢੀਏ। ਤਾਂ ਕਰਕੇ ਇਹ ਜਿਹੜਾ ਇਜ਼ਰਾइल ਦਾ ਪਰਮੇਸ਼ਰ ਜਿਉਂਦਾ ਜਾਗਦਾ ਪਰਮੇਸ਼ਵਰ ਆ ਇਹ ਭਰਪੂਰੀ ਦੇ ਨਾਲ ਸਾਡੇ ਵਿੱਚ ਕੰਮ ਕਰ ਸਕੇ। ਆਮੇਨ। ਤੁਸੀਂ ਤੇ ਮੈਂ ਐਸ ਪਰਮੇਸ਼ਵਰ ਦੀ ਸੇਵਾ ਕਰਦੇ ਆ ਜਿਸ ਨੇ ਇਸ ਸਾਰੇ ਜਗਤ ਨੂੰ ਬਣਾਇਆ, ਸਾਰੀ ਸ੍ਰਿਸ਼ਟੀ ਨੂੰ ਉਹਨੇ ਰਚਿਆ। ਆਮੇਨ। ਹਾਲੇਲੂਇਆ। ਪਰਮੇਸ਼ਵਰ ਦਾ ਹੀ ਧੰਨਵਾਦ ਕਰਦੇ ਆ ਆਪਾਂ ਅੱਜ ਦੇ ਵਚਨ ਦੇ ਲਈ। ਆਪਾਂ ਅੱਜ ਦੇ ਵਚਨ ਤੋਂ ਕਿੰਨਾ ਸਿੱਖਿਆ ਕਿ ਕਿੰਨਾ ਜ਼ਰੂਰੀ ਆ ਕਿ ਆਪਾਂ ਹੰਬਲ ਹੋ ਕੇ ਪਰਮੇਸ਼ਵਰ ਦੀ ਆਵਾਜ਼ ਸੁਣ ਕੇ, ਪਰਮੇਸ਼ਵਰ ਦੇ ਲੋਕਾਂ ਥਾਈ, ਉਹਨਾਂ ਦੇ ਸੇਵਕਾਂ ਥਾਈ ਉਹਦੀ ਆਵਾਜ਼ ਸੁਣ ਕੇ ਆਪਾਂ ਅੱਗੇ ਵਧੀਏ ਤੇ ਕੰਮ ਕਰੀਏ। ਇੱਧਰ ਉੱਧਰ ਨਾ ਦੇਖੀਏ ਕਿ ਲੋਕ ਕੀ ਕਹਿਣਗੇ। ਇਸ ਚੀਜ਼ 'ਤੇ ਧਿਆਨ ਕਰੀਏ ਕਿ ਪਰਮੇਸ਼ਵਰ ਕੀ ਸੋਚੇਗਾ ਆਪਣੇ ਬਾਰੇ। ਹਾਲੇਲੂਇਆ। ਆਮੇਨ। ਅੱਖਾਂ ਮੀਚਦੇ ਆਪਾਂ ਦੁਆ ਕਰਦੇ ਆ, ਆਪਾਂ ਤਕੜੇ ਹੋਈਏ ਅੱਜ ਪਰਮੇਸ਼ਵਰ ਦੇ ਵਿੱਚ। ਹਾਲੇਲੂਇਆ। ਪਰਮੇਸ਼ਵਰ ਪਿਤਾ ਪਰਮੇਸ਼ਵਰ ਅਸੀਂ ਤੇਰਾ ਹੀ ਧੰਨਵਾਦ ਕਰਦੇ ਆ। ਅਸੀਂ ਤੇਰਾ ਹੀ ਧੰਨਵਾਦ ਕਰਦੇ ਆ ਕਿ ਤੂੰ ਸਾਨੂੰ ਚੁਣਿਆ, ਸਾਨੂੰ ਬੁਲਾਇਆ। ਤੂੰ ਇਜ਼ਰਾइल ਦਾ ਪਰਮੇਸ਼ਵਰ, ਸਾਡਾ ਪਰਮੇਸ਼ਵਰ, ਇੰਨਾ ਵੱਡਾ ਪਰਮੇਸ਼ਵਰ ਹੈ, ਜ਼ਮੀਨ ਅਸਮਾਨ ਨੂੰ ਬਣਾਉਣ ਵਾਲਾ ਪਰਮੇਸ਼ਵਰ। ਤੂੰ ਸਾਡੇ ਨਾਲ ਆ, ਤੂੰ ਸਾਡੇ ਵਿੱਚ ਵੱਸਦਾ ਆ। ਅਸੀਂ ਤੇਰਾ ਧੰਨਵਾਦ ਕਰਦੇ ਆ। ਇਸ ਵੇਲੇ ਆਪਣੀਆਂ ਪਾਪਾਂ ਗੁਨਾਹਾਂ ਦੀ ਮਾਫੀ ਮੰਗਦੇ ਹੋਏ ਪਿਤਾ ਪਰਮੇਸ਼ਵਰ ਅਸੀਂ ਤੇਰੀ ਹਜ਼ੂਰੀ ਦੇ ਵਿੱਚ ਆਉਂਦੇ ਆ। ਮਦਦ ਕਰ ਪਿਤਾ ਪਰਮੇਸ਼ਵਰ। ਉਹ ਪਾਪ ਵੀ ਜਿਹੜੇ ਸ਼ਾਇਦ ਸਾਨੂੰ ਇਸ ਵੇਲੇ ਪਤਾ ਵੀ ਨਹੀਂ ਲੱਗ ਰਿਹਾ ਕਿ ਉਹ ਸਾਡੇ ਪਾਪ ਨੇ, ਉਹ ਮਿਸਟਰੀਜ਼ ਵੀ ਨੇ ਜਿਹੜੀਆਂ, ਉਹਨਾਂ ਨੂੰ ਵੀ ਪਿਤਾ ਪਰਮੇਸ਼ਵਰ ਤੂੰ ਰਿਵੀਲ ਕਰ ਸਾਡੇ ਅੱਗੇ, ਤਾਂ ਕਰਕੇ ਇੱਕ ਇੱਕ ਕਰਕੇ ਅਸੀਂ ਉਹ ਚੀਜ਼ਾਂ ਨੂੰ ਸਾਡੀਆਂ ਜ਼ਿੰਦਗੀਆਂ ਚੋਂ ਕੱਢਦੇ ਜਾਈਏ ਪਰਮੇਸ਼ਵਰ, ਤੇ ਪੂਰੀ ਤਰ੍ਹਾਂ ਦੇ ਨਾਲ ਅਸੀਂ ਤੇਰੇ ਅੱਗੇ ਆਉਂਦੇ ਜਾਈਏ, ਤੇਰੇ ਵਿੱਚ ਵੱਧਦੇ ਜਾਈਏ, ਸ਼ਿਫਾ ਪਾਉਂਦੇ ਜਾਈਏ ਪਿਤਾ ਪਰਮੇਸ਼ਵਰ, ਤੇ ਦੂਜਿਆਂ ਨੂੰ ਵੀ ਤੇਰਾ ਵਚਨ ਦੱਸਦੇ ਰਹੀਏ ਪਿਤਾ ਪਰਮੇਸ਼ਵਰ। ਸਾਰੀ ਮਹਿਮਾ, ਸਾਰੀ ਗਲੋਰੀ ਅਸੀਂ ਤੈਨੂੰ ਹੀ ਦਿੰਦੇ ਆ ਪਿਤਾ ਪਰਮੇਸ਼ਵਰ, ਤੇ ਤੇਰਾ ਹੀ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਵਰ, ਕਿਉਂਕਿ ਤੂੰ ਸਾਡਾ ਪਿਆਰਾ ਪਰਮੇਸ਼ਵਰ ਆ। ਯਿਸੂ ਮਸੀਹ ਜੀ ਦੇ ਨਾਂ ਦੇ ਵਿੱਚ ਮੰਗਦੇ ਆਮੀਨ, 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 ਆਮੀਨ। ਹਾਲੇਲੂਇਆ। ਆਮੀਨ। ਪਰਮੇਸ਼ਵਰ ਦਾ ਇੱਕ ਵਾਰੀ ਫੇਰ ਧੰਨਵਾਦ ਹੀ ਕਰਦੇ ਆ। ਹਾਲੇਲੂਇਆ। ਜੈ ਮਸੀਹ ਦੀ ਸਾਰੇ ਭੈਣ ਭਰਾਵਾਂ ਨੂੰ ਪਰਮੇਸ਼ਵਰ ਬਹੁਤ ਬਹੁਤ ਬਰਕਤ ਦੇਵੇ। ਆਮੀਨ, ਆਮੀਨ, ਆਮੀਨ।